ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਚੌਰ ਛਤਰ ਤਖਤ ਦੇ ਮਾਲਕ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਵਡਭਾਗੇ ਹੋ ਜੋ ਇਸ ਸਮੇਂ ਪਾਤਸ਼ਾਹ ਜੀ ਦੀ ਪਾਵਨ ਗੋਦ ਅੰਦਰ ਸੱਜ ਕਰਕੇ ਅਤੇ ਇੰਟਰਨੈਟ ਦੇ ਮਾਧਿਅਮ ਰਾਹੀਂ ਸਤਿਗੁਰੂ ਜੀ ਦੇ ਪਾਵਨ ਵਚਨਾਂ ਨੂੰ ਸਰਵਣ ਕਰਕੇ ਆਪਣੇ ਸਵਾਸਾਂ ਅਤੇ ਕਰਮਾਂ ਨੂੰ ਸਫਲੇ ਕਰਨ ਦਾ ਯਤਨ ਕਰ ਰਹੇ ਹੋ। ਆਓ ਜੁੜਨਾ ਕਰੀਏ, ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਰਾਗ ਮਹਿਲਾ ਪੰਜਵਾਂ। ਉਦਮ ਕਰ ਹਰ ਜਾਪਣਾ ਵਡਭਾਗੀ ਧਨ ਖਾਟ। ਪਾਤਸ਼ਾਹ ਜੀ ਇਸ ਪਾਵਨ ਬਚਨ ਦੇ ਅੰਦਰ ਸਾਨੂੰ ਸਾਡੇ ਜੀਵਨ ਦੇ ਬਾਰੇ ਇਸ ਪ੍ਰਕਾਰ ਸਿੱਖਿਅਤ ਕਰ ਰਹੇ ਨੇ ਕਿ ਹਮੇਸ਼ਾ ਜਿਹੜਾ ਤੂੰ ਮਨੁੱਖਾ ਅਵੇਸਲਾ ਨਾ ਰਿਹਾ ਕਰ। ਸੋ ਆਪਾਂ ਵਿਚਾਰ ਤੋਂ ਪਹਿਲਾਂ ਕੁਛ ਵਿਚਾਰ ਆਪਾਂ ਕੱਲ ਵੀ ਕੀਤੀ ਸੀ, ਕੁਝ ਪਹਿਲਾਂ ਵੀ ਕੀਤੀ ਸੀ। ਆਪਾਂ ਥੋੜਾ ਜਿਹਾ ਉਹਨੂੰ ਵੇਖ ਲਈਏ ਕਿ ਜਿਹੜੀਆਂ ਸੰਗਤਾਂ ਨੂੰ ਪਤਾ ਹੋਏਗਾ ਉਹ ਜ਼ਰੂਰ ਆਪਣਾ ਹੱਥ ਖੜਾ ਕਰਨ। ਆਪਾਂ ਕੱਲ ਅਰ ਅਤੇ ਅਰ ਇੱਕ ਸ਼ਬਦ ਦਾ ਅਤੇ ਭਗਤ ਸ਼ਬਦ ਦੀ ਗੱਲ ਕੀਤੀ ਸੀ। ਹੁਣ ਆਪਾਂ ਅੱਜ ਥੋੜਾ ਜਿਹਾ ਦੇਖ ਲਈਏ, ਨਾਲ ਆਪਾਂ ਸੁੱਖ ਦੀ ਗੱਲ ਵੀ ਕਰਦੇ ਹਾਂ, ਦੁੱਖ ਦੀ ਗੱਲ ਵੀ ਕਰਦੇ ਹਾਂ ਕਿ ਇਹਨਾਂ ਸ਼ਬਦਾਂ ਦੇ ਜਦੋਂ ਮਾਤਰਾਵਾਂ ਦੇ ਫਰਕ ਨਾਲ ਆਉਂਦੇ ਨੇ, ਇਹਨਾਂ ਦੇ ਅਰਥ ਕੀ ਨੇ। ਲਗਭਗ ਆਪ ਸਭ ਨੂੰ ਪਤਾ ਹੈ, ਫਿਰ ਵੀ ਆਪਾਂ ਜ਼ਰੂਰ ਆਪਾਂ ਦੇਖੀਏ ਕਿ ਆਪਾਂ ਕਿੱਥੇ ਕੁ ਪਹੁੰਚ ਗਏ ਹਾਂ। ਐਸਾ ਨਹੀਂ ਕਿ ਜਿਹਨਾਂ ਨੂੰ ਨਹੀਂ ਆਉਂਦੇ ਉਹ ਦੁਬਾਰਾ ਜ਼ਰੂਰ ਦੇਖ ਲੈਣ, ਜ਼ਰੂਰ ਸਮਝਣ ਅੱਗੇ, ਕਿਉਂਕਿ ਜੋ ਵੀ ਆਪਾਂ ਇੱਥੇ ਪਾਤਸ਼ਾਹ ਜੀ ਦੀ ਪਾਵਨ ਗੋਦ ਅੰਦਰ ਬੈਠ ਕੇ ਕਰਦੇ ਹਾਂ ਉਹ ਸਾਰਾ YouTube ਤੇ ਜਿਹੜਾ ਹੈ ਉਹ ਮੌਜੂਦ ਹੈ, ਆਪ ਦੁਬਾਰਾ ਦੇਖ ਸਕਦੇ ਹੋ। ਹਾਂਜੀ, ਪਹਿਲਾਂ ਗੱਲ ਕਰਾਂਗੇ ਆਪਾਂ ਈੜੀ ਨੂੰ ਸਿਹਾਰੀ, ਕੱਕੇ ਨੂੰ ਸਿਹਾਰੀ, ਇਸ ਸ਼ਬਦ ਦਾ ਅਰਥ ਕੀ ਹੈ। ਜਿਨ੍ਹਾਂ ਨੂੰ ਪਤਾ ਹੈ ਉਹ ਜ਼ਰੂਰ ਹੱਥ ਖੜਾ ਕਰਨ। ਈੜੀ ਨੂੰ ਸਿਹਾਰੀ, ਕੱਕੇ ਨੂੰ ਸਿਹਾਰੀ, ਨਹੀਂ ਬੋਲਣਾ ਨਹੀਂ ਹੈ ਜੀ, ਸਿਰਫ ਦੱਸਣ। ਪਤਾ ਆਪ ਜੀ ਨੂੰ ਈੜੀ ਨੂੰ ਸਿਹਾਰੀ, ਕੱਕੇ ਨੂੰ ਸਿਹਾਰੀ। ਹਾਂਜੀ, ਸਾਹਮਣੇ ਤੋਂ ਈੜੀ ਨੂੰ ਸਿਹਾਰੀ, ਕੱਕੇ ਨੂੰ ਸਿਹਾਰੀ। ਠੀਕ ਹੈ ਜੀ। ਈੜੀ ਨੂੰ ਸਿਹਾਰੀ, ਕੱਕੇ ਨੂੰ ਔਂਕੜ। ਠੀਕ ਹੈ ਜੀ। ਈੜੀ ਨੂੰ ਸਿਹਾਰੀ, ਕੱਕਾ ਇਕੱਲਾ। ਠੀਕ ਹੈ ਜੀ। ਭੱਬਾ ਗੱਗਾ ਤੱਤਾ ਇਕੱਲਾ, ਕੋਈ ਮਾਤਰਾ ਨਹੀਂ ਹੈ। ਕੀ ਅਰਥ ਹੋਏਗਾ? ਹਾਂਜੀ, ਬਹੁਤੇ ਭਗਤ, ਜ਼ਿਆਦਾ ਭਗਤਾਂ ਦੀ ਗੱਲ ਹੈ। ਠੀਕ ਹੈ ਜੀ। ਭੱਬਾ ਗੱਗਾ ਤੱਤੇ ਨੂੰ ਔਂਕੜ ਆ ਗਿਆ, ਇਹਦਾ ਕੀ ਅਰਥ ਹੋਏਗਾ? ਇੱਕ ਤਾਂ ਮੇਰੇ ਉਹਲੇ ਸੰਗਤ ਬੈਠੀ ਇੱਧਰਲੇ, ਮੈਨੂੰ ਦਿਖਦਾ ਨਹੀਂ ਹੈ। ਠੀਕ ਹੈ, ਠੀਕ ਹੈ ਜੀ। ਹਾਂਜੀ, ਇਹਦਾ ਅਰਥ ਹਾਂਜੀ ਹਾਂਜੀ, ਭੱਬਾ ਗੱਗਾ ਤੱਤੇ ਨੂੰ ਔਂਕੜ। ਹਾਂਜੀ, ਭੱਬਾ ਗੱਗਾ ਤੱਤੇ ਨੂੰ ਔਂਕੜ ਕਹਿ ਰਿਹਾ ਜੀ ਮੈਂ ਬਾਰ-ਬਾਰ। ਇੱਕ ਭਗਤ ਦੀ ਗੱਲ ਹੈ। ਜਦੋਂ ਔਂਕੜ ਦੇ ਨਾਲ ਅੱਖਰ ਆਉਂਦਾ ਹੈ ਉਦੋਂ ਇੱਕ ਵਚਨ ਨੂੰ ਪੁਲਿੰਗ ਹੋਣ ਦੀ ਨਿਸ਼ਾਨੀ ਹੁੰਦੀ ਜ਼ਿਆਦਾ, ਜਦੋਂ ਸ਼ਬਦ ਮੂਲਕ ਨਾ ਹੋਏ।
ਖੈਰ ਪੱਬਾ ਗੱਗਾ ਤੱਤੇ ਨੂੰ ਸਿਹਾਰੀ ਆਉਂਦੀ ਹੈ, ਉਹਦਾ ਅਰਥ ਭਗਤੀ। ਠੀਕ ਹੈ ਜੀ। ਇਹ ਸ਼ਬਦਾਂ ਦਾ ਜਿਹੜਾ ਹੈ ਉਹ ਅੰਤਰ ਸਾਨੂੰ ਧਿਆਨ ਵਿੱਚ ਰੱਖਣਾ ਪਏਗਾ। ਕਈ ਵਾਰੀ ਨਹੀਂ ਸਮਝ ਆਉਂਦੀ ਤੇ ਆਪ ਦੁਬਾਰਾ ਜ਼ਰੂਰ ਦੇਖ ਲਿਆ ਕਰੋ ਜਾ ਕੇ। YouTube ਦਾ ਆਪ ਸਾਰਿਆਂ ਦੇ ਕੋਲ ਆਪ ਲਿੰਕ ਹੈ ਤੁਹਾਡੇ ਕੋਲ, ਲੜੀਵਾਰ ਗੁਰਬਾਣੀ ਪਾਠ ਸੰਥਿਆ YouTube ਤੋਂ ਸਾਰੇ ਜਿਹੜੇ ਆਪਾਂ ਜੋ ਵੀ ਡੇਲੀ ਕਰਦੇ ਉਹਨੂੰ ਲਾਈਨਵਾਰ ਬਾਈ ਅੰਕ ਜਿਹੜਾ ਹੈ ਉਹ ਅਪਲੋਡ ਕੀਤਾ ਜਾਂਦਾ। ਨਾਲ ਹੁਣ ਨਵਾਂ ਸ਼ੁਰੂ ਕੀਤਾ ਕਿ ਨਾਲ ਜਿਹੜੀ ਪੰਕਤੀ ਦੀ ਵਿਆਖਿਆ ਕਰਦੇ ਉਹ ਪੰਕਤੀ ਨਾਲ ਆਉਂਦੀ ਹੈ। YouTube ਤੋਂ ਵੀ ਦੇਖੋਗੇ ਪੰਕਤੀ ਨਾਲ ਹੀ ਆਏਗੀ, ਇਸ ਕਰਕੇ। ਖੈਰ ਐੜਾ ਰਾਰੇ ਨੂੰ ਸਿਹਾਰੀ ਦਾ ਕੀ ਅਰਥ ਸੀ, ਕਿੰਨਾ ਕਿੰਨਾ ਨੂੰ ਪਤਾ ਜੀ? ਐੜਾ ਰਾਰੇ ਨੂੰ ਸਿਹਾਰੀ ਕੱਲ ਹੀ ਕੀਤਾ ਆਪਾਂ, ਹਜੇ ਪਹਿਲਾਂ ਵੀ ਕੀਤਾ ਸੀ, ਕੱਲ ਤਾਜ਼ਾ ਤਾਜ਼ਾ ਕੀਤਾ। ਹਾਂਜੀ ਹਾਂਜੀ ਵੈਰੀ, ਠੀਕ ਹੈ ਜੀ, ਵੈਰੀ। ਐੜਾ ਰਾਰੇ ਨੂੰ ਔਂਕੜ, ਹਾਂਜੀ ਵੈਰੀ ਅਤੇ ਅਤੇ ਹਾਂ ਠੀਕ ਹੈ ਜੀ। ਉਹ ਪਿੱਛੇ ਵੀ ਸੰਗਤ ਬੈਠੀ ਹੋਈ ਹੈ, ਹਾਂਜੀ ਠੀਕ ਹੈ ਜੀ, ਠੀਕ ਹੈ। ਹੁਣ ਜਿੰਦ ਸ਼ਬਦ ਹੈ, ਇਸ ਨੂੰ ਔਂਕੜ ਆਏਗਾ ਕਿ ਨਹੀਂ ਆਏਗਾ, ਇਹ ਮੂਲਕ ਹੈ। ਠੀਕ ਹੈ ਜੀ। ਮੰਮਾ ਲੱਲੇ ਨੂੰ ਔਂਕੜ ਮਲ, ਇਹਦਾ ਅਰਥ ਕੀ ਹੋਏਗਾ? ਇਨ ਤੇ ਔਂਕੜ ਲੱਗੀ ਹੋਈ ਹੈ, ਇਸਤਰੀ ਲਿੰਗ ਸ਼ਬਦ ਹੈ। ਠੀਕ ਹੈ ਹਾਂਜੀ ਠੀਕ ਹੈ ਜੀ। ਮੰਮਾ ਲੱਲੇ ਨੂੰ ਸਿਹਾਰੀ, ਇਹ ਵੀ ਅਰਥ ਇਹਦਾ ਆਪਾਂ ਅਰਥ ਕਹਿ ਰਹੇ ਮੈਂ ਕਿ ਉਚਾਰਨ ਮਲ ਹੀ ਹੈ। ਹਾਂਜੀ ਮਲ ਮਲ ਕੇ, ਮਲ ਕੇ, ਠੀਕ ਹੈ ਜੀ। ਸ਼ਬਦ ਹੋਰ ਵੀ ਸੱਸਾ ਬੱਬਾ ਦੱਦੇ ਨੂੰ ਔਂਕੜ ਨਾਲ, ਕੀ ਇਹ ਸ਼ਬਦ ਕੀ ਹੈ? ਸੱਸਾ ਬੱਬਾ ਦੱਦੇ ਨੂੰ ਔਂਕੜ ਵਰਦੇ ਹਾਂ, ਸੱਸਾ ਬੱਬਾ ਦੱਦੇ ਨੂੰ ਸਿਹਾਰੀ, ਸੱਸਾ ਬੱਬਾ ਦੱਦਾ ਕੱਲਾ। ਭਾਵ ਜਿਵੇਂ ਆਪਾਂ ਭਗਤ ਦੀ ਗੱਲ ਕੀਤੀ ਹੈ ਉਵੇਂ ਹੀ ਇਹਨਾਂ ਦਾ ਉਚਾਰਨ ਹੋਏਗਾ। ਜੇ ਔਂਕੜ ਆ ਰਿਹਾ ਤਾਂ ਇੱਕ ਸ਼ਬਦ ਦੀ ਗੱਲ ਹੋ ਰਹੀ ਹੈ, ਜੇ ਬਹੁਤਾ ਨਹੀਂ ਆ ਰਿਹਾ ਤੇ ਬਹੁਤੇ ਸ਼ਬਦਾਂ ਦੀ ਗੱਲ ਹੈ। ਜੇ ਸਿਹਾਰੀ ਆ ਰਹੀ ਹੈ ਫਿਰ ਹੋਏਗਾ, ਆਪਾਂ ਪਹਿਲਾਂ ਵੀ ਉਚਾਰਨ ਸਰਵਣ ਕੀਤਾ ਸੀ ਕਿ ਸਿਹਾਰੀ ਮੁੱਖ ਤੌਰ ਤੇ ਜਦੋਂ ਸੰਬੰਧਕ ਦੇ ਰੂਪ ਵਿੱਚ ਆਉਂਦੀ ਹੈ ਉਦੋਂ ਚਾਰ ਅਰਥ ਕਰਦੀ ਹੈ। ਵਿੱਚ, ਤੋਂ, ਦੁਆਰਾ, ਨਾਲ ਆਦਿ, ਇਹ ਚਾਰ ਅਰਥ ਕਰਦੀ ਹੈ। ਠੀਕ ਹੈ। ਮੰਮਾ ਨੰਨਾ ਕੱਲਾ ਆਉਂਦਾ ਉਦੋਂ ਕੀ ਹੈ? ਮੰਮਾ ਨੰਨਾ ਮਨ, ਕਿਉਂਕਿ ਜਦੋਂ ਮੰਮਾ ਨੰਨਾ ਕੱਲਾ ਆਏਗਾ ਉਹਦਾ ਅਰਥ ਹੋਏਗਾ ਉਹਨੂੰ ਸੰਬੋਧਨ ਰੂਪ ਦੇ ਵਿੱਚ, ਕਿਉਂਕਿ ਮਨ ਬਹੁਤੇ ਨਹੀਂ ਹੁੰਦੇ, ਮਨ ਇੱਕ ਹੀ ਹੁੰਦਾ। ਇਸ ਕਰਕੇ ਜਾਂ ਮੇਰੇ ਮਨ ਆਏਗਾ ਜਾਂ ਮਨ ਮੇਰੇ ਆਏਗਾ, ਇਸ ਤਰ੍ਹਾਂ ਇਹ ਸ਼ਬਦ ਆਉਣਗੇ। ਮੰਮਾ ਨੰਨਾ ਕੱਲਾ ਆਏਗਾ, ਉਹ ਸੰਬੋਧਨ ਹੋਏਗਾ ਕਿ ਹੇ ਮੇਰੇ ਮਨ ਸੁਣ ਸਮਝ। ਮੰਮਾ ਨੰਨੇ ਨੂੰ ਸਿਹਾਰੀ ਆ ਗਿਆ, ਫਿਰ ਮਨ ਵਿੱਚ, ਸੰਬੰਧਕ ਦੇ ਰੂਪ ਵਿੱਚ ਆ ਰਹੀ ਹੈ ਸਿਹਾਰੀ ਇੱਥੇ, ਮਨ ਵਿੱਚ। ਇਸੇ ਤਰ੍ਹਾਂ ਹੋਰ ਵੀ ਕਈ ਸ਼ਬਦ ਨੇ, ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸਰਵਣ ਕਰਾਂਗੇ ਕਿ ਇਹਨਾਂ ਸ਼ਬਦ ਇਹ ਸ਼ਬਦ ਆਮ ਤੌਰ ਤੇ ਆਉਂਦੇ ਨੇ। ਜਿਵੇਂ ਦੁੱਖ, ਸੁੱਖ, ਦੱਦੇ ਨੂੰ ਔਂਕੜ, ਖੱਖੀ ਨੂੰ ਔਂਕੜ ਆ ਗਿਆ ਤੇ ਕੀ ਗੱਲ ਹੋਏਗੀ? ਅਰਥ ਕੀ ਹੋਏਗਾ? ਆਤਮਕ ਦੁੱਖ ਦੀ। ਤੇ ਜੇ ਦੱਦੇ ਨੂੰ ਔਂਕੜ ਖੱਖਾ ਕੱਲਾ ਹੀ ਆਇਆ ਫਿਰ ਬਹੁਤ ਸਾਰੇ ਦੁੱਖਾਂ ਦੀ ਗੱਲ ਹੋਏਗੀ, ਜ਼ਿਆਦੇ ਦੁੱਖਾਂ ਦੀ ਗੱਲ ਹੋਏਗੀ। ਇਹ ਫਰਕ ਹੈ ਜਿਹੜਾ ਅਸੀਂ ਧਿਆਨ ਦੇ ਵਿੱਚ ਰੱਖਣਾ ਹੈ ਕਿ ਸਤਿਗੁਰੂ ਜੀ ਦੁਨਿਆਵੀ ਦੁੱਖਾਂ ਦੀ ਵੀ ਗੱਲ ਕਰਦੇ ਹੈ ਤੇ ਅੰਦਰ ਦੇ ਦੁੱਖ ਦੀ ਵੀ ਗੱਲ ਕਰਦੇ ਹੈ। ਇਵੇਂ ਦੁੱਖ ਹੈ, ਇਵੇਂ ਸੁੱਖ ਹੈ। ਸੁੱਖ ਜਦੋਂ ਔਂਕੜ ਨਾਲ ਹੈ ਉਦੋਂ ਅਰਥ ਕੀ ਹੋਏਗਾ? ਆਤਮਿਕ ਸੁੱਖ। ਇੱਕ ਸੁੱਖ ਦੀ ਗੱਲ ਹੋਈ, ਅੰਦਰ ਦੇ ਸੁੱਖ ਦੀ ਗੱਲ ਹੋ ਰਹੀ। ਤੇ ਜੇ ਮਗਰਲਾ ਖੱਖੇ ਨੂੰ ਔਂਕੜ ਨਾ ਹੋਇਆ ਉਦੋਂ ਬਹੁਤੇ ਸੁੱਖਾਂ ਦੀ ਗੱਲ ਸਤਿਗੁਰੂ ਪਾਤਸ਼ਾਹ ਜੀ ਕਰਦੇ ਨੇ। ਖੈਰ ਬਹੁਤ ਵਧੀਆ ਹੈ ਰਿਸਪੌਂਸ ਆਪ ਸਭ ਜੀ ਦਾ, ਕਿ ਖੁਸ਼ੀ ਹੁੰਦੀ ਹੈ ਕਿ ਜੇ ਆਪਾਂ ਮਿਹਨਤ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ੇ ਉਦਮ ਦੇ ਸਦਕਾ ਕਰਦੇ ਹਾਂ ਤੇ ਆਪ ਜੀ ਦੀ ਸਮਝ ਵਿੱਚ ਪੈ ਰਿਹਾ ਹੈ। ਸਮਝਣਾ ਜ਼ਰੂਰੀ ਹੈ। ਇਹੋ ਹੀ ਅੱਗੇ ਬਾਣੀ ਦੇ ਵਿੱਚ ਆਉਣ ਅੱਗੇ ਜੋ ਸਤਿਗੁਰੂ ਜੀ ਦੀ ਪਾਵਨ ਬਾਣੀ ਆ ਰਹੀ,
ਇਹ ਸ਼ਬਦ ਹੀ ਜ਼ਿਆਦਾ ਜਿਹੜੇ ਨੇ ਉਹ ਆਉਂਦੇ ਨੇ। ਜਦੋਂ ਇਹਨਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਦਾ ਸਾਨੂੰ ਪਤਾ ਲੱਗ ਗਿਆ, ਬਾਕੀ ਬਾਣੀ ਦਾ ਸਾਨੂੰ ਆਪਣੇ ਆਪ ਗਿਆਨ ਹੋ ਜਾਣਾ ਹੈ। ਸੋ ਆਓ ਆਪਾਂ ਆਰੰਭ ਕਰੀਏ। ਉਦਮ ਕਰ ਹਰ ਜਾਪਨਾ, ਵੱਡ ਭਾਗੀ ਧਨ ਖਾਟ। ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ ਕਿ ਹੇ ਭਾਈ, ਹੇ ਮਨ, ਉਦਮ ਕਰ ਤੇ ਪ੍ਰਮਾਤਮਾ ਦਾ ਨਾਮ ਹੈ ਜਿਹੜਾ ਉਹ ਸਿਮਰ। ਉਦਮ ਕਰ ਹਰ ਜਾਪਨਾ, ਉਸ ਮਾਲਕ ਨੂੰ ਧਿਆਉਣ ਦਾ, ਸਿਮਰਨ ਦਾ ਜਿਹੜਾ ਹੈ ਉਦਮ ਕਰ। ਐਵੇਂ ਆਲਸ ਜਿਹਾ ਕਰਕੇ ਨਾ ਬੈਠਾ ਰਹਿ ਕਿ ਕੋਈ ਗੱਲ ਨਹੀਂ, ਰੱਬ ਮੈਨੂੰ ਆਪੇ ਠਾ ਕੇ ਲੈ ਆਏਗਾ। ਰੱਬ ਨੇ ਹੁਣ ਉੱਥੇ ਜਾ ਕੇ ਖਲੋ ਕੇ ਤੇਰਾ ਮੂੰਹ ਨਹੀਂ ਧੋਣਾ ਕਿ ਚੱਲ ਭਾਈ ਉੱਠ, ਲਿਆ ਮੈਂ ਤੇਰਾ ਪਾਣੀ ਲੈ ਕੇ ਖਲੋਤਾ, ਮੂੰਹ ਧੋਵਾਂ ਤੇ ਆ ਜੁੜ। ਇਸ ਤਰ੍ਹਾਂ ਨਹੀਂ, ਭਾਵ ਕੁਝ ਉਦਮ ਸਾਨੂੰ ਆਪ ਨੂੰ ਵੀ ਕਰਨਾ ਪੈਣਾ ਹੈ, ਕਿਉਂਕਿ ਅਸੀਂ ਪਸ਼ੂ ਪੰਛੀ ਨਹੀਂ ਆ। ਸਾਨੂੰ ਮਨੁੱਖ ਬਣਾਇਆ, ਸਾਰੀਆਂ ਜੂਨਾਂ ਦਾ ਸਰਦਾਰ ਬਣਾਇਆ ਹੈ ਮਨੁੱਖਾ ਜਨਮ ਨੂੰ ਉਸ ਮਾਲਕ ਪਰਮੇਸ਼ਰ ਜੀ ਨੇ। ਵੱਡ ਭਾਗੀ ਧਨ ਖਾਟ, ਵੱਡੇ ਭਾਗਾਂ ਨਾਲ ਪ੍ਰਮਾਤਮਾ ਦਾ ਨਾਮ ਧਨ ਹੈ ਉਹ ਇਕੱਠਾ ਕਰ। ਉਸ ਮਾਲਕ ਦੇ ਹੁਕਮ ਦੇ ਦੁਆਰਾ ਚੰਗੇ ਕਰਮਾਂ ਦੀ ਪੂੰਜੀ ਹੈ ਜਿਹੜੀ ਉਹ ਇਕੱਠੀ ਕਰਨੀ ਕਰ। ਸੰਤ ਸੰਗ ਹਰ ਸਿਮਰਨਾ, ਮਲ ਜਨਮ ਜਨਮ ਕੀ ਕਾਟ। ਕਿ ਗੁਰੂ ਦੀ ਸੰਗਤ ਵਿੱਚ, ਸਾਧ ਸੰਗਤ ਦੇ ਵਿੱਚ ਬੈਠ ਕਰਕੇ, ਰਹਿ ਕਰਕੇ ਪ੍ਰਭੂ ਦਾ ਨਾਮ ਦਾ ਸਿਮਰਨ ਕੀਤਿਆਂ। ਹਰ ਸਿਮਰਨਾ, ਉਸ ਮਾਲਕ ਨੂੰ, ਮਾਲਕ ਦੇ ਨਾਮ ਦਾ ਸਿਮਰਨ ਕਰਨ ਦੇ ਨਾਲ ਮਲ ਜਨਮ ਜਨਮ ਕੀ ਕਾਟ। ਮਲ ਦਾ ਅਰਥ ਇੱਥੇ ਮੈਲ ਹੈ, ਕਿਉਂਕਿ ਔਂਕੜ ਨਾਲ ਹੈ ਕਿ ਤੇਰੇ ਪਹਿਲੇ ਕੀਤੇ ਕਰਮ, ਕਿ ਜੋ ਵੀ ਇਹ ਸੈਕਿੰਡ ਹੈ ਇਹ ਬੀਤ ਗਿਆ ਹੈ ਜਿਹੜਾ, ਭਾਵ ਇਦੋਂ ਪਹਿਲਾਂ ਜੋ ਵੀ ਅਸੀਂ ਕੀਤਾ ਹੈ, ਸਾਡੇ ਪੂਰਬਲੇ ਕਰਮ ਇਹੀ ਨੇ ਕਿ ਜੋ ਅਸੀਂ ਹੁਣ ਕਰ ਰਹੇ ਹਾਂ, ਜਦੋਂ ਇਹ ਸੈਕਿੰਡ ਬੀਤ ਗਿਆ ਸਮਝ ਲਓ ਸਾਡਾ ਪੂਰਬਲਾ, ਇਸ ਪ੍ਰੈਜ਼ੈਂਟ ਸਮੇਂ ਨਾਲੋਂ ਜੋ ਵੀ ਪਹਿਲਾਂ ਕੀਤਾ ਹੈ। ਪਾਤਸ਼ਾਹ ਜੀ ਆਖ ਰਹੇ ਕਿ ਮਲ ਜਨਮ ਜਨਮ ਕੀ ਕਾਟ, ਕਿ ਇਸ ਤੋਂ ਪਹਿਲਾਂ ਜਿਤਨੇ ਵੀ ਤੂੰ ਕਰਮ ਕੀਤੇ ਨੇ, ਜਨਮਾਂ ਜਨਮਾਂ ਦੇ ਜਿਹੜੇ ਨੇ ਵਿਕਾਰਾਂ ਦੀ ਮੈਲ ਜਿਹੜੀ ਹੈ ਉਹ ਦੂਰ ਕਰ ਲਏਗਾ। ਇਹਦੇ ਲਈ ਸਹਾਰਾ ਇੱਕੋ ਹੀ ਹੈ ਕਿ ਸਾਧ ਸੰਗਤ ਦੇ ਵਿੱਚ ਬੈਠ ਕੇ ਉਸ ਮਾਲਕ ਦੇ ਨਾਮ ਨੂੰ ਹੈ ਜਿਹੜਾ ਉਹ ਧਿਆਉਣਾ ਕਰ। ਮਨ ਮੇਰੇ RAM ਨਾਮ ਜਪ ਜਾਪ, ਇੱਥੇ ਦੇਖੋ ਮਨ ਮੇਰੇ, ਜਾਂ ਕਈ ਥਾਵਾਂ ਤੇ ਕੱਲਾ ਮਨ ਵੀ ਆਉਂਦਾ। ਜਦੋਂ ਸੰਬੋਧਨ ਹੋਏਗਾ ਨਾ, ਕਿ ਜਦੋਂ ਮਨ ਨੂੰ ਸਿੱਧਾ ਡਾਇਰੈਕਟ ਆਖਿਆ ਜਾਂਦਾ ਕਿ ਹੇ ਮਨਾ ਸਮਝ, ਧਿਆਨ ਰੱਖ, ਜਦੋਂ ਸਿੱਧਾ ਮਨ ਨੂੰ ਸਤਿਗੁਰੂ ਜੀ ਸਮਝਾਉਂਦੇ ਨੇ, ਉਦੋਂ ਮੰਮਾ ਨੰਨਾ ਇਕੱਲਾ ਹੀ ਆਏਗਾ ਕਿ ਹੇ ਮੇਰੇ ਮਨ RAM ਨਾਮ ਜਪ ਜਾਪ। ਰਾਮ ਦਾ ਅਰਥ ਇੱਥੇ ਮਾਲਕ ਪਰਮੇਸ਼ਰ ਹੈ, ਸ੍ਰੀ ਰਾਮਚੰਦਰ ਜੀ ਤੋਂ ਨਹੀਂ ਹੈ, ਜੋ ਦਸ਼ਰਥ ਦੇ ਪੁੱਤਰ ਸਨ, ਉਹਨਾਂ ਦਾ ਨਾਮ ਨਹੀਂ ਹੈ ਇੱਥੇ। ਇਹ ਹੈ ਰਾਮ ਤੋਂ ਭਾਵ ਰਮਿਆ ਹੋਇਆ, ਕਿ RAM ਨਾਮ ਜਪ ਜਾਪ, ਕਿ ਪ੍ਰਮਾਤਮਾ ਦਾ ਨਾਮ ਹੈ ਜਿਹੜਾ ਉਹ ਜਪਣਾ ਕਰ, ਪ੍ਰਮਾਤਮੇ ਦੇ ਨਾਮ ਦਾ ਹੀ ਜਿਹੜਾ ਉਹ ਜਾਪ ਜਪ, ਕਿ ਉਹਦੇ ਨਾਮ ਨੂੰ ਹੀ ਹਮੇਸ਼ਾ ਆਪਣੇ ਚਿੱਤ ਵਿੱਚ ਰੱਖ। ਮਨ ਇੱਛੇ ਫਲ ਪੁੰਚ ਤੂੰ, ਸਭ ਚੁਕੈ ਸੋਗ ਸੰਤਾਪ ਰਹਾਉ। ਉਸ ਮਾਲਕ ਨੂੰ ਧਿਆਉਣ ਦੇ ਨਾਲ ਤੂੰ ਮਨ ਭਾਉਂਦੇ ਫਲ ਪ੍ਰਾਪਤ ਕਰੇਗਾ। ਮਨ ਇੱਛੇ ਫਲ ਪੁੰਚ ਤੋਂ ਭਾਵ ਪ੍ਰਾਪਤ ਕਰਨੇ, ਕਿ ਪੁੰਚ ਲਏਗਾ, ਪ੍ਰਾਪਤ ਕਰ ਲਏਗਾ। ਚੁੱਕੈ ਸੋਗ ਸੰਤਾਪ, ਅਤੇ ਤੇਰਾ ਸਾਰਾ ਦੁੱਖ ਕਲੇਸ਼ ਸਹਿਮ ਜਿਹੜਾ ਉਹ ਦੂਰ ਹੋ ਜਾਏਗਾ। ਸੰਤਾਪ ਦਾ ਭਾਵ ਕਲੇਸ਼, ਕਿ ਇਹ ਤੇਰਾ ਜਿਹੜਾ ਜਿੰਨਾ ਵੀ ਕਲੇਸ਼ ਹੈ, ਸੰਤਾਪ ਹੈ, ਸੋਗ ਹੈ, ਸਹਿਮ ਹੈ, ਦੁੱਖ ਹੈ, ਇਹ ਸਾਰਾ ਹੀ ਉਹ ਦੂਰ ਹੋ ਜਾਏਗਾ। ਇਹਦੇ ਲਈ ਮਾਲਕ ਦੇ ਨਾਲ ਜੁੜਨਾ ਪਵੇਗਾ। ਜਿਸ ਕਾਰਨ ਤਨ ਧਾਰਿਆ, ਸੋ ਪ੍ਰਭ ਡਿਠਾ ਨਾਲ। ਪਾਤਸ਼ਾਹ ਜੀ ਆਖਣ ਜਿਸ ਕਾਰਨ ਤਨ ਧਾਰਿਆ, ਕਿ ਹੇ ਭਾਈ ਇਸੇ ਮਨੋਰਥ ਵਾਸਤੇ ਤੂੰ ਇਹ ਮਨੁੱਖਾ ਜਨਮ ਜਿਹੜਾ ਹਾਸਲ ਕੀਤਾ ਹੈ। ਕਾਹਦੇ ਲਈ? ਰਹਾਉ ਦੀ ਬੰਦ ਅੰਦਰ ਮਾਲਕ ਪਰਮੇਸ਼ਰ ਦੇ ਨਾਮ ਸਿਮਰਨ ਦੀ ਗੱਲ ਹੋ ਰਹੀ ਹੈ, ਕਿ ਤੂੰ ਉਸ ਮਾਲਕ ਨੂੰ ਮਿਲਣ ਦੇ ਲਈ ਹੀ ਇਹ ਜਨਮ ਜਿਹੜਾ ਹੈ
ਉਹ ਧਾਰਨ ਕੀਤਾ ਹੈ, ਜਿਸ ਕਾਰਨ ਤਨ ਧਾਰਿਆ ਸੋ ਪ੍ਰਭ ਡਿਠਾ ਨਾਲ। ਅਤੇ ਜਿਸ ਮਨੁੱਖ ਨੇ ਇਹ ਮਨੋਰਥ ਪੂਰਾ ਕੀਤਾ ਹੈ, ਪ੍ਰਭੂ ਦਾ ਨਾਮ ਸਿਮਰਿਆ ਹੈ, ਉਸ ਨੇ ਉਸ ਪਰਮਾਤਮਾ ਨੂੰ ਆਪਣੇ ਅੰਗ ਸੰਗ ਵਸਦਾ ਹੈ, ਉਹ ਵੇਖ ਲਿਆ ਹੈ। ਭਾਵ ਉਹ ਸਦਾ ਹੀ ਮਾਲਕ ਨੂੰ ਆਪਣੇ ਅੰਗ ਸੰਗ ਸਮਝਦਾ ਹੈ, ਕਦੇ ਵੀ ਉਹ ਕਿਸੇ ਦੀ ਫਿਰ ਚਾਕਰੀ ਨਹੀਂ ਕਰਦਾ। ਜਲ ਥਲ ਮਹੀਲ ਪੂਰਿਆ ਪ੍ਰਭ ਆਪਣੀ ਨਦਰ ਨਿਹਾਲ। ਫਿਰ ਜਿਹੜਾ ਮਾਲਕ ਦੇ ਨਾਮ ਨੂੰ ਧਿਆਉਂਦਾ ਹੈ, ਜਿਹੜਾ ਆਪਣੇ ਮਨੁੱਖਾ ਜਨਮ ਦੇ ਮਨੋਰਥ ਨੂੰ ਸਮਝ ਲੈਂਦਾ ਹੈ ਕਿ ਜਿਸ ਕਾਰਨ ਤਨ ਧਾਰਿਆ, ਜਿਸ ਕਰਕੇ ਇਹ ਤਨ ਪ੍ਰਾਪਤ ਹੋਇਆ ਵਾ, ਇਹ ਸਰੀਰ ਪ੍ਰਾਪਤ ਹੋਇਆ ਹੈ, ਕਿ ਫਿਰ ਉਹਨੂੰ ਨਿਸ਼ਚਾ ਬਣ ਜਾਂਦਾ ਹੈ ਕਿ ਪ੍ਰਭੂ ਜਲ ਥਲ ਮਹੀਲ, ਜਲ ਤੋਂ ਭਾਵ ਜਲ ਵਿੱਚ, ਥਲ ਤੋਂ ਭਾਵ ਧਰਤੀ ਦੇ ਉੱਤੇ, ਤੇ ਮਹੀਲ ਤੋਂ ਭਾਵ ਆਕਾਸ਼, ਕਿ ਸਾਰੇ ਥਾਵਾਂ ਤੇ। ਇਹ ਦੇਖੋ ਜੱਜਾ ਲੱਲੇ ਨੂੰ ਸਿਆਰੀ ਹੈ, ਜਲ ਵਿੱਚ, ਸਿਆਰੀ ਵਿੱਚ ਦੇ ਅਰਥ ਕਰ ਰਹੀ ਹੈ। ਥਲ ਥੱਥਾ ਲੱਲੇ ਨੂੰ ਸਿਆਰੀ, ਥਲ ਵਿੱਚ ਭਾਵ ਧਰਤੀ ਦੇ ਉੱਤੇ, ਧਰਤੀ ਦੇ ਵਿੱਚ, ਜਾਂ ਜਿੱਥੇ ਵੀ ਕਹਿ ਲਈਏ, ਭਾਵ ਮਿੱਟੀ ਹੈ ਜਿੱਥੇ ਵੀ, ਜਿੱਥੇ ਪਾਣੀ ਨਹੀਂ ਹੈ ਅਤੇ ਜਿੱਥੇ ਜਲ ਹੈ, ਤੇ ਦੂਜਾ ਹੈ ਫਿਰ ਮਹੀਲ, ਮਹੀਲ ਤੋਂ ਭਾਵ ਆਕਾਸ਼, ਕਿ ਉਹ ਸਭ ਥਾਵਾਂ ਤੇ। ਮਹੀਲ ਪੂਰਿਆ, ਪੂਰਿਆ ਤੋਂ ਭਾਵ ਸਭ ਥਾਵਾਂ ਤੇ ਉਹ ਭਰਪੂਰ ਹੈ, ਪੂਰਿਆ ਹੋਇਆ ਹੈ, ਸਭ ਥਾਵਾਂ ਤੇ ਉਹ ਆਪ ਮੌਜੂਦ ਹੈ ਅਤੇ ਸਭ ਜੀਵਾਂ ਨੂੰ ਆਪਣੀ ਮਿਹਰ ਦੀ ਨਿਗਾਹ ਨਾਲ ਵੇਖਦਾ ਹੈ। ਆਪਣੀ ਨਦਰ ਨਿਹਾਲ, ਆਪਣੀ ਮਿਹਰ ਦੀ ਨਦਰ ਦੇ ਨਾਲ ਜਿਹੜਾ ਹੈ ਉਹ ਸਾਰਿਆਂ ਨੂੰ ਦੇਖਦਾ ਹੈ। ਮਨ ਤਨ ਨਿਰਮਲ ਹੋਇਆ ਲਾਗੀ ਸਾਚ ਪ੍ਰੀਤ। ਕਿ ਜਿਸ ਮਨੁੱਖ ਦੀ ਫਿਰ ਉਸ ਸੱਚੇ ਮਾਲਕ ਦੇ ਨਾਲ ਪ੍ਰੀਤ ਬਣ ਜਾਂਦੀ ਹੈ, ਉਸ ਦਾ ਫਿਰ ਮਨ ਪਵਿੱਤਰ ਹੋ ਜਾਂਦਾ ਹੈ, ਉਸ ਦਾ ਸਰੀਰ ਵੀ ਜਿਹੜਾ ਉਹ ਵੀ ਪਵਿੱਤਰ ਹੋ ਜਾਂਦਾ। ਭਾਵ ਕਿ ਉਹਦੇ ਗਿਆਨ ਇੰਦਰੇ, ਕਰਮ ਇੰਦਰੇ ਮਾੜੇ ਕੰਮਾਂ ਵੱਲੋਂ, ਵਿਕਾਰਾਂ ਦੇ ਵੱਲੋਂ ਹਟ ਜਾਂਦੇ ਨੇ, ਦੂਰ ਹਟ ਜਾਂਦੇ ਨੇ, ਵਿਕਾਰਾਂ ਨੂੰ ਤਿਆਗ ਦਿੰਦੇ ਹਨ। ਚਰਨ ਭਜੇ ਪਾਰ ਬ੍ਰਹਮ ਕੇ ਸਭ ਜਪ ਤਪ ਤਿਨਹੀ ਕੀਤ। ਇੱਥੇ ਚਰਨ ਭਜੇ, ਇਹਨੂੰ ਭਜੇ ਉਚਾਰਨ ਕਰਾਂਗੇ, ਇਹਨੂੰ ਅਦਕ ਦੇ ਨਾਲ ਉਚਾਰਨ ਨਹੀਂ ਕਰਨਾ। ਚਰਨ ਭਜੇ ਨਹੀਂ, ਚਰਨ ਭਜੇ ਭਾਵ ਧਿਆਉਣਾ, ਸਿਮਰਨਾ, ਭਜਨਾ। ਪਾਤਸ਼ਾਹ ਜੀ ਆਖ ਰਹੇ ਨੇ ਕਿ ਜਿਸ ਮਨੁੱਖ ਨੇ ਅਕਾਲ ਪੁਰਖ ਦੇ ਚਰਨ ਜਿਹੜੇ ਨੇ ਉਹ ਭਜੇ ਹਨ, ਸੇਵੇ ਹਨ, ਧਿਆਏ ਹਨ, ਮਾਨੋ ਕਿ ਫਿਰ ਇਹ ਸਮਝ ਲਓ ਕਿ ਸਾਰੇ ਜਪ, ਸਾਰੇ ਤਪ ਉਸ ਨੇ ਹੀ ਫਿਰ ਹਾਸਲ ਕਰ ਲਏ ਨੇ। ਕਿ ਦੁਨੀਆ ਹੈ ਜਿਹੜੀ ਉਹ ਜਪ ਤਪ ਕਰਦੀ ਹੈ ਨਾ, ਕੋਈ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਨ ਵਾਸਤੇ, ਕੋਈ ਕਿਸੇ ਪ੍ਰਕਾਰ ਦੀ ਮਨ ਦੀ ਇੱਛਾ ਪੂਰੀ ਕਰਨ ਵਾਸਤੇ। ਕਿਉਂਕਿ ਅੱਜ ਕੱਲ੍ਹ ਤੇ ਬਹੁਤ ਸਾਰੀਆਂ ਕਿਤਾਬਾਂ ਵੀ ਮਾਰਕੀਟ 'ਚ ਆ ਗਈਆਂ ਨੇ। ਕਿ ਪੁਰਾਣੇ ਸਮੇਂ ਦੇ ਵਿੱਚ ਤਾਂ ਕੋਈ ਖਾਸ ਜੰਤਰ ਮੰਤਰ ਹੁੰਦੇ ਸਨ ਕਿ ਉਹਨਾਂ ਨੂੰ ਸਿੱਧਾ ਕਰਕੇ ਆ ਹੋ ਸਕਦਾ ਸੀ। ਅੱਜ ਕੱਲ੍ਹ ਤੇ ਇੱਥੋਂ ਤੱਕ ਆਵਾ ਊਤ ਗਿਆ ਕਿ ਗੁਰਬਾਣੀ ਦੇ ਕੁਝ ਸ਼ਬਦ ਲੈ ਕੇ ਉਹਨਾਂ ਤੇ ਕਿਤਾਬਾਂ ਬਣਾਤੀਆਂ ਕਿ ਇਹ ਸੰਕਟ ਮੋਚਨ ਸ਼ਬਦ ਹੈ। ਤੇ ਗੁਰੂ ਘਰਾਂ ਦੇ ਵਿੱਚ ਆਮ ਮਿਲ ਜਾਂਦੀ ਹੈ ਕਿਤਾਬ, ਘਰਾਂ ਦੇ ਵਿੱਚ ਵੀ ਹੈ ਕਿ ਬਸ ਆਹ ਸ਼ਬਦ ਪੜ੍ਹ ਲਓ ਤੁਹਾਡੇ ਸੰਕਟ ਖਤਮ ਹੋ ਜਾਣਗੇ। ਤੇ ਬਾਕੀ ਬਾਣੀ ਕਿਹਨੇ ਪੜ੍ਹਨੀ ਹੈ? ਫਿਰ ਗੁਰੂ ਨਾਨਕ ਸਾਹਿਬ ਜੀ ਤੇ ਬਾਕੀ ਗੁਰੂਆਂ ਨੇ ਬਾਣੀ ਜਿਹੜੀ ਉਚਾਰਨ ਕੀਤੀ ਹੈ ਉਹਦੀ ਤੇ ਫਿਰ ਲੋੜ ਹੀ ਨਹੀਂ ਸੀ। ਤੇ ਨਾਲ ਹੈ ਲਿਖੀ ਹੁੰਦੀ ਕਿ ਆਹ ਵਿਧੀ ਦੇ ਨਾਲ ਆਹ ਪਾਠ ਕਰਨਾ, ਆਹ ਵਿਧੀ ਦੇ ਨਾਲ। ਫਿੱਟੇ ਮੂੰਹ ਉਹਨਾਂ ਬੰਦਿਆਂ ਦੇ ਜਾਂ ਉਹਨਾਂ ਮਨੁੱਖਾਂ ਨੇ ਜਿਨ੍ਹਾਂ ਨੇ ਇਹ ਪਖੰਡ ਸਿੱਖਾਂ ਦੇ ਵਿੱਚ ਵਾੜਿਆ ਹੈ। ਤੇ ਨਾਲ ਹੀ ਸੀ ਕਹਿੰਦੀ ਸਾਡੇ ਵਾਸਤੇ ਵੀ ਉਨੀ ਕਿ ਅਸੀਂ ਬਾਣੀ ਨੂੰ ਛੱਡ ਕੇ ਅਸੀਂ ਸਿਰਫ ਜਪ ਵਾਲੇ ਪਾਸੇ ਪੈ ਗਏ। ਬਹੁਤ ਥਾਵਾਂ ਤੇ ਵੇਖਣ ਨੂੰ ਮਿਲਿਆ। ਉਹ ਕਈ ਥਾਵਾਂ ਤੇ ਸੰਗਤ ਹੀ ਕਹਿ ਦਿੰਦੀ ਹੈ, ਸਟੇਜ ਤੋਂ ਸਮਝਾ ਕੇ ਉੱਠਦਾ ਬਾਅਦ ਚ, ਭਾਈ ਸਾਹਿਬ ਜੀ ਸਾਨੂੰ ਸੰਕਟ ਮੋਚਨ ਵਾਲੀ ਕਿਤਾਬ ਜਿਹੜੀ ਉਹ ਚਾਹੀਦੀ ਸੀ, ਕਿੱਥੋਂ ਮਿਲੇਗੀ? ਵਾਹ ਜੀ ਵਾਹ। ਵੀ ਜੋ ਬਾਣੀ ਪੜ੍ਹਨੀ ਹੈ ਬਸ ਉਹਦੇ ਨਾਲ ਨਹੀਂ ਕਿ ਗੁਰਬਾਣੀ ਕੀ ਆਖਦੀ ਹੈ, ਬਸ ਉਹਨੂੰ ਕਹਿ ਲਈ ਕਿ ਬਸ ਇੰਨੇ ਵਾਰ ਸ਼ਬਦ ਪੜ੍ਹ ਕੇ ਸਾਨੂੰ ਆਹ ਮਿਲ ਜਾਏਗਾ।
ਇਹ ਸਾਡਾ ਸਿਧਾਂਤ ਨਹੀਂ, ਇਹ ਗੁਰੂ ਦਾ ਸਿਧਾਂਤ ਨਹੀਂ ਹੈ। ਇਹ ਸਾਨੂੰ ਗੁਰੂ ਸਾਹਿਬ ਜੀ ਸਿਖਾ ਕੇ ਨਹੀਂ ਗਏ, ਨਾ ਹੀ ਕਦੇ ਸਿੱਖਾਂ ਨੇ ਇਹ ਗੱਲ ਕੀਤੀ ਹੈ। ਇਹ ਤੇ ਹੁਣ ਜੇ ਆ ਗਏ ਬਸ, ਜਦੋਂ ਦੇ ਆ ਕੁਝ ਕੁ ਬੰਦੇ ਜਿਹੜੇ ਸ਼ਾਮਲ ਹੋ ਗਏ ਵਿੱਚ, ਬਸ ਉਹਨਾਂ ਨੇ ਆਪਣੀ ਤਰੀਕੇ ਦੇ ਨਾਲ ਕਿ ਬਸ ਆ ਸ਼ਬਦ ਸਿੱਧ ਕਰ ਲਓ, ਨਾਲ ਵਿਧੀ ਵੀ ਲਿਖੀ ਹੁੰਦੀ ਹੈ। ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਆ ਗਈਆਂ ਨੇ, ਇਹਨਾਂ ਚੀਜ਼ਾਂ ਤੋਂ ਬਚਣ ਦੀ ਲੋੜ ਹੈ। ਗੁਰਬਾਣੀ ਮਨੁੱਖ ਦੀ ਜੀਵਨ ਜਾਂਚ ਹੈ। ਅਸੀਂ ਪੜ੍ਹਨਾ ਵੀ ਹੈ, ਅਭਿਆਸ ਵੀ ਕਰਨਾ ਹੈ, ਗੁਰਬਾਣੀ ਅਨੁਸਾਰ ਜੀਵਨ ਵੀ ਜਿਉਣਾ ਹੈ। ਇਹ ਨਹੀਂ ਕਿ ਪੁੱਤਰ ਪ੍ਰਾਪਤੀ ਵਾਸਤੇ ਤਾਂ ਸ਼ਬਦ ਪੜ੍ਹਿਆ ਜਾ ਰਿਹਾ ਹੈ ਤੇ ਧੀ ਕਿੰਨੇ, ਧੀ ਫਿਰ ਕਿੱਥੋਂ ਲੈ ਕੇ ਆਓਗੇ? ਨੌਵੀਂ ਤਾਂ ਲਿਆਉਣੀ ਕਿ ਨਹੀਂ ਪੁੱਤਰ ਵਾਸਤੇ? ਫਿਰ ਤੁਸੀਂ ਤੇ ਰੱਬ ਦਾ ਹੁਕਮ ਬਾਣੀ ਨਾਲ ਹੀ ਬਦਲੀ ਜਾ ਰਹੇ ਹੋ। ਸਰੀਰਕ ਦੁੱਖ ਸਭ ਨੂੰ ਆਉਂਦੇ ਨੇ, ਸਮਾਜ ਵਿੱਚ ਰਹਿੰਦਿਆਂ ਸਰੀਰਕ ਦੁੱਖ ਆਉਣੇ ਹੀ ਆਉਣੇ ਨੇ। ਮਾੜਾ ਖਾ ਲੋਗੇ ਤਾਂ ਆ ਜਾਏਗਾ। ਕਈ ਵਾਰ ਇਹ ਹੁੰਦਾ ਹੈ ਕਿ ਕੋਈ ਐਸਾ ਰੋਗ ਹੁੰਦਾ ਜਿਹੜਾ ਸਾਡੀਆਂ ਪੀੜ੍ਹੀਆਂ ਦੇ ਵਿੱਚ ਚੱਲਦਾ ਆਉਂਦਾ ਹੈ, ਕਈ ਵਾਰੀ ਉਹ ਵੀ ਸਾਨੂੰ ਪ੍ਰਭਾਵਿਤ ਕਰਦਾ ਹੈ। ਕੁਝ ਰੋਗ ਅਜਿਹੇ ਹੁੰਦੇ ਨੇ ਜਿਹੜੇ ਸਾਨੂੰ ਸਮਾਜ ਦੇ ਵਿੱਚੋਂ ਵੀ ਮਿਲ ਜਾਂਦੇ ਨੇ, ਕੁਝ ਮੌਸਮ ਕਰਕੇ ਮਿਲ ਜਾਂਦੇ ਨੇ। ਕਹਿਣ ਤੋਂ ਭਾਵ ਹੈ ਕਿ ਇਹ ਸਰੀਰਕ ਰੋਗ ਆਉਂਦੇ ਜਾਂਦੇ ਰਹਿੰਦੇ ਨੇ, ਪਰ ਗੱਲ ਹੈ ਅੰਦਰ ਦੇ ਦੁੱਖ ਦੀ। ਹੁਣ ਅਸੀਂ ਇੱਕ ਸ਼ਬਦ ਨੂੰ ਵਾਰ-ਵਾਰ ਪੜ੍ਹ ਕੇ ਅਸੀਂ ਕਹਿੰਦੇ ਕਿ ਵੀ ਦੁੱਖਾਂ ਦਾ ਨਾਸ਼ ਹੋ ਜਾਏ, ਫਿਰ ਤੇ ਡਾਕਟਰ ਖਤਮ ਹੀ ਹੋ ਜਾਣਗੇ, ਹਸਪਤਾਲ ਹੀ ਮੁੱਕ ਜਾਣੇ, ਫਿਰ ਤੇ ਮੈਡੀਕਲ ਦੀ ਪੜ੍ਹਾਈ ਕਰਨ ਦੀ ਕੀ ਲੋੜ ਹੈ? ਇਹ ਸੰਕਟ ਮੋਚਣ ਵਾਲੀਆਂ ਕਿਤਾਬਾਂ ਸਭ ਦੇ ਘਰ ਵੰਡ ਦਿਓ ਤੁਹਾਨੂੰ ਕਿ ਵੀ ਆਹ ਸ਼ਬਦ ਇੰਨੇ ਨਹੀਂ ਪੜ੍ਹ ਲਓ, ਰੋਗ ਆਉਣਾ ਹੀ ਨਹੀਂ ਨੇੜੇ ਕੋਈ ਨਹੀਂ। ਫਿਰ ਤੇ ਅਸੀਂ ਹੋਰ ਵੀ ਗਲਤ ਕਰ ਰਹੇ ਹਾਂ। ਕਹਿਣ ਤੋਂ ਭਾਵ ਹੈ ਕਿ ਜਿਸ ਪਾਸਿਓਂ ਗੁਰੂ ਨਾਨਕ ਸਾਹਿਬ ਜੀ ਨੇ ਸਿੱਧਾਂ ਨੂੰ ਰੋਕਿਆ ਸੀ ਨਾ ਜਾ ਕੇ ਸਮੇਰ ਪਰਬਤ ਤੇ, ਅਸੀਂ ਹੁਣ ਆਪਣੇ ਘਰ ਹੀ ਸਮੇਰ ਪਰਬਤ ਬਣਾ ਲਏ ਹੈ ਕਿ ਬਸ ਇੱਥੋਂ ਫੜੋ ਇੱਕ ਸੰਕਟ ਮੋਚਣ ਵਾਲੀ ਸ਼ਬਦ ਕਿਤਾਬ, ਸ਼ਬਦ ਉਹਦੇ ਵਿੱਚੋਂ ਆ ਪੜ੍ਹੋ ਇੰਨੇ ਵਾਰੀ ਤੇ ਚਲੋ ਜੀ ਪੂਰੇ ਹੋ ਗਏ। ਐਸਾ ਬਾਣੀ ਨਹੀਂ ਕਹਿੰਦੀ। ਬਾਣੀ ਦੇ ਅਨੁਸਾਰ ਚੱਲਣਾ ਹੀ ਭਗਤੀ ਹੈ, ਬਾਣੀ ਦੇ ਅਨੁਸਾਰ ਕਿਰਤ ਕਰਨੀ ਹੀ ਭਗਤੀ ਹੈ। ਇਸੇ ਕਰਕੇ ਪਾਤਸ਼ਾਹ ਜੀ ਆਖਦੇ ਨੇ ਕਿ ਉਹਦਾ ਮਾਲਕ ਦਾ ਨਾਮ ਹੀ ਐਸਾ ਹੈ। ਇਹ ਜਪ ਤਪ ਬਹੁਤ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ। ਬੰਦਾ ਸਿੰਘ ਬਹਾਦਰ ਕੋਲ ਰਿੱਧੀਆਂ ਸਿੱਧੀਆਂ ਸਨ, ਉਹਨੇ ਪ੍ਰਾਪਤ ਕੀਤੀਆਂ ਸਨ ਲੰਮਾ ਸਮਾਂ ਲਾ ਕੇ, ਕਈ ਸਾਲ ਲਾ ਕੇ। ਛੋਟਾ ਜਿਹਾ ਹੁੰਦਾ ਸੀ ਜਦੋਂ ਤੀਰ ਮਾਰ ਕੇ ਜਿਹੜਾ ਹਿਰਨ ਦਾ, ਤੇ ਬਾਅਦ ਦੇ ਵਿੱਚ ਆਪਣਾ ਘਰ ਛੱਡ ਦਿੰਦਾ ਹੈ, ਸ਼ਸਤਰ ਵੀ ਛੱਡ ਜਾਂਦਾ ਹੈ। ਫਿਰ ਦੇਖੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਬਹੁਤ ਉਹ ਹਾਣੀ ਹੈ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ, ਬਾਬਾ ਬੰਦਾ ਸਿੰਘ ਬਹਾਦਰ। ਤੇ ਫਿਰ ਦੇਖੋ ਗੁਰੂ ਗੋਬਿੰਦ ਸਿੰਘ ਜੀ ਆਪਣੇ ਅਖੀਰਲੇ ਸਮੇਂ ਦੇ ਵਿੱਚ ਜਾ ਕੇ ਮਿਲਦੇ। ਲਗਭਗ ਗੁਰੂ ਪਾਤਸ਼ਾਹ ਜੀ ਦੀ ਉਮਰ ਵੀ ਉਦੋਂ 41-42 ਸਾਲ ਦੇ ਲਗਭਗ ਹੈ ਕਿ ਇੱਥੋਂ ਤੱਕ ਉਮਰ ਚਲੋ 40 ਸਾਲ ਮੰਨ ਲੈਂਦੇ ਆਪਾਂ, ਕਿ ਫਿਰ 7-8 ਸਾਲ ਦਾ 10 ਸਾਲ ਦਾ ਬੱਚਾ ਲਗਭਗ 30 ਸਾਲ ਲਾ ਕੇ ਜਿਹੜਾ ਹੈ ਉਹ ਰਿੱਧੀਆਂ ਸਿੱਧੀਆਂ ਹਾਸਲ ਕਰਦਾ ਹੈ। ਤੇ ਉਹਦੇ ਨਾਲ ਹੁੰਦਾ ਕੀ ਹੈ, ਉਹ ਹੰਕਾਰੀ ਹੋ ਜਾਂਦਾ ਹੈ, ਡਰਾਉਂਦਾ ਲੋਕਾਂ ਨੂੰ। ਫਿਰ ਫਾਇਦਾ ਹੈ ਇਹਨਾਂ ਚੀਜ਼ਾਂ ਦਾ ਕੁਝ? ਔਰ ਫਿਰ ਜਦੋਂ ਸੱਚੇ ਗੁਰੂ ਨਾਲ ਮਿਲਾਪ ਹੋ ਜਾਂਦਾ ਹੈ, ਫਿਰ ਕਦੇ ਉਹਨਾਂ ਦਾ ਜ਼ਿਕਰ ਵੀ ਨਹੀਂ ਹੁੰਦਾ। ਭਾਵੇਂ ਮੁਗਲ ਡਰਦੇ ਜ਼ਰੂਰ ਨੇ ਉਤੋਂ ਕਿ ਕੁਝ ਕਰ ਨਾ ਦੇ, ਪਰ ਉਹ ਉਸ ਮਾਲਕ ਦੇ ਹੁਕਮ ਵਿੱਚ ਰਹਿੰਦਾ ਹੈ। ਕੋਲ ਸਭ ਕੁਝ ਗਿਆ ਤਾਂ ਕਿਤੇ ਨਹੀਂ ਉਹ ਜੋ ਪ੍ਰਾਪਤ ਕੀਤਾ, ਪਰ ਉਹ ਮਾਲਕ ਦੇ ਹੁਕਮ ਵਿੱਚ ਹੀ ਉਸੇ ਤਰ੍ਹਾਂ। ਇਸੇ ਕਰਕੇ ਕਿ ਬਾਣੀ ਦੇ ਅੱਗੇ, ਨਾਮ ਦੇ ਅੱਗੇ ਇਹ ਚੀਜ਼ਾਂ ਬਹੁਤ ਛੋਟੀਆਂ ਨੇ। ਇਹਨਾਂ ਨਾਲ ਜੁੜਨ ਦੀ ਬਜਾਏ ਜੇ ਬਾਣੀ ਨਾਲ ਜੁੜਿਆ ਜਾਏ ਤੇ ਸਾਰਾ ਕੁਝ ਵਿੱਚ ਹੀ ਆ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਜੀ ਬਚਨ ਕਰਦੇ ਨੇ ਬਾਣੀ ਅੰਦਰ, ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ। ਉਹ ਹੋਵੰਦੇ ਦਾ ਭਾਵ ਇਹ ਹੁੰਦਾ ਕਿ ਜਿਹੜੇ ਉਹਦੇ ਭਗਤ ਹੋ ਜਾਂਦੇ ਨੇ ਨਾ, ਜਿਹੜੇ ਉਹਦੇ ਹੋ ਜਾਂਦੇ ਨੇ, ਫਿਰ ਉਹ ਆਪਣੇ ਮੁਖ ਤੋਂ ਜੋ ਬੋਲਦੇ ਆ ਉਹ ਪੂਰਾ ਹੋ ਜਾਂਦਾ, ਕਿਉਂਕਿ ਮਾਲਕ ਉਹਨਾਂ ਦੇ ਜੀਵ ਤੇ ਆ ਜਾਂਦਾ, ਰਸਨਾ ਤੇ ਆ ਜਾਂਦਾ, ਉਹ ਆਪ ਆਪਣਾ ਆਪਾ ਦੇ ਦਿੰਦਾ। ਤੇ ਹੁਣ ਇਹ ਦੇਖ ਲਓ ਕਿ ਅਸੀਂ ਉਹਦੇ ਭਗਤ ਹੋਣਾ ਕਿ ਅਸੀਂ ਜਪ ਤਪ ਦੇ ਭਗਤ ਹੋਣਾ। ਕਹਿਣ ਤੋਂ ਭਾਵ ਹੈ ਕਿ ਬਾਣੀ ਦੇ ਅੰਦਰ ਹੀ ਸਭ ਕੁਝ ਹੈ, ਬਸ ਬਾਣੀ ਦਾ ਹੋਣਾ ਪਏਗਾ। ਇਸੇ ਕਰਕੇ ਪਾਤਸ਼ਾਹ ਜੀ ਆਖਦੇ ਨੇ ਕਿ ਜਿਹਨੇ ਅਕਾਲ ਪੁਰਖ ਦੇ ਚਰਨ ਧਿਆਏ ਨੇ, ਮਾਲਕ ਦੀ ਰਜ਼ਾ ਦੇ ਵਿੱਚ ਜਿਹੜਾ ਤੁਰਿਆ ਹੈ, ਗੁਰੂ ਦੇ ਨਾਲ ਜਿਹੜਾ ਜੁੜਿਆ ਹੈ, ਉਹਨੇ ਸਾਰੇ ਜਪ ਤਪ ਜਿਹੜੇ ਉਹਦੇ ਵਿੱਚ ਹੀ ਆ ਜਾਂਦੇ ਹਨ। ਰਤਨ ਜਵੇਹਰ ਮਾਨਕਾ, ਅੰਮ੍ਰਿਤ ਹਰ ਕਾ ਨਾਉ।
रतन जवेहर मानिका अमृत हर का नाम। सतगुरु पातशाह जी आखन लगे कि परमात्मा दा अटल आत्मक जीवन देण वाला नाम ही जिहड़ा रतन है, जवाहर है अते मानक तो भाव मोती है। क्योंकि नाम दी बरकत नाल ही जिहड़ा है सतगुरु पातशाह जी आखदे हन कि आनंद प्राप्त हुंदा है। सुख सहज आनंद रस जन नानक हर गुण गाओ। कि उस मालिक दे नाम दी बरकत दे नाल ही आत्मक अडोलता ते सुख आनंद दे रस जिहड़े वो प्राप्त हो जाते हैं। भाव कि आत्मक आनंद की प्राप्ति हो जाती है। ते ही दास नानक सदा प्रभु मालिक दे ही जिहड़े है वो गुण गाउने कर। श्री राग महला पंजवा। सोई शास्त सौण सोए जित जपिए हर नाम। जित जपिए हर नाम इत्थे शब्द वरत्या है सतगुरु जी ने सोई शास्त। शास्त भाव शास्त्र। सौण सोई, सौण तो भाव है एक ये भी ग्रंथ है, इनू शकनक शनंक ग्रंथ भी आख्या जाता है। ये एक ऐसा ग्रंथ है जिहदे विच चंगे अते माड़े कर्मां दी विचार लिखी हुई है। ज्योतिष दे विच जिहड़ा ये मन्निया जाता है कि इहदे नाल है चंगे अते माड़े कर्म किहड़े ने उन्हां दा विचार ते उन्हां दा फल दस्सिया जाता है कि किहड़े कर्म चंगे हन, किहड़ा समा माड़ा है, किहड़ा चंगा है, उहदे बारे दस्सिया जाता है। पर हुण इत्थे सिर्फ सतगुरु जी ने यह आख्या है कि जित जपीए हर नाम। असल विच गुरु ही मेरे वास्ते शास्त्र है। गुरु ही मेरे वास्ते ज्योतिष का जिहड़ा वो शास्त्र है, सौण शास्त्र है कि गुरु ही है मेरे वास्ते सब कुछ, जिहड़ा मैनूं चंगा ते माड़ा दसदा है। जित जपीए गुरु दे राही ही उस मालिक का नाम जिहड़ा है वो ध्याया जा सकता है, सिमरिया जा सकता है। हुण इत्थे एक विचार हो रहा कि इत्थे सौण जिहड़ा शास्त्र है इहदी गल होई है। हुण किते ना किते इन्हां शास्त्रां दे करके ही अज असीं अजे भी इन्हां ते भरोसा करते हैं, गुरु दी बाणी ते भरोसा नहीं करते कि किहड़े किहड़े कर्म है। जां असीं कह दईए कि घरे कोई काम करना है जां घर दी नींह रखनी है जां गुरु ग्रंथ साहिब दा प्रकाश करना है, चढ़दे वाले पासे नूं करना है। हो गया ना, विचार हो गई ना कि चंगी ते माड़ी। पर गुरबाणी की आंदी रब सारे पासे है। धरती सूरज दुआले घूमदी, सूरज ते खड़ा है। ये तो सब नूं पता है ना, असीं पढ़िया होया। असीं फिर भी करें नहीं, जिधरों चढ़दा सूरज चढ़दा है। हुण ये हो सकता है सूरज नहीं चढ़दा, सूरज अपनी जगह ते है, इको थां ते खलोता है, धरती परिक्रमा कर रही है। ये होगी विचार कि चंगा है माड़ा है। जे चढ़दे वाले पासे नूं मूँह ना कीता ते फिर हो सकता है कि कोई काम खराब हो जाए। हो गया ना चंगा माड़ा कि इहदे नाल आ हो जाना, इहदे नाल आ हो जाना। मंगलवार, वीरवार, शनिवार इन्हां दिनां दे बड़े बड़ी विचार की जाती है कि कपड़े नहीं धोने जां सिर नहीं नहाउणा जां होर कोई काम है। ईवन कि इत्थों तक कि नशा खाने वाले बंदे भी विचार करते कि इस दिन दारू नहीं पीनी जां होर काम नहीं करना। कहने दा भाव कि इन्हां शास्त्रां दा प्रभाव है। नहीं, हसन वाली गल नहीं है। कहने दा भाव कि कितना प्रभाव है कि बंदा नशा छड्ड नहीं सकता। फिर भी कहंदा ना ना जी अज नहीं, अज तां वीरवार है, अज मंगलवार है। अपने तरीके दे नाल कि चंगा माड़ा वो भी सोच लेंदे बंदे कि हाँ भी चंगा देना जां माड़ा देना। एक नहीं रस्ते च घरों निकल लग्या जां जांदे किसी ने छिक मारती, लो जी ना जी अज नहीं काम बनना। हो गया ना चंगा माड़ा। गुरु नहीं सिखाउंदा, ये सानू ये शास्त्र सिखा रहे। इत्थों आईयां गल्लां सारियां, गुरु कोलों नहीं आईयां। गुरु तो कहंदा कि मालक हर थमें हर समय नाल है, गुर मेरा संग सदा है नाले। गुरु तो हर वेले इक्को जिहा हर थां दे उत्ते है। फिर तो गुरु नाल वड्डी छिक हो गई। रस्ते च मेरे वर्गी नूं जुखाम लग्या होवे छिक मार दे, ना ना बस आ किधर बंदा मत्थे लग गया।
जे कोई खाली औरत जिहड़ी है खाली बट्ठल बर्तन लैके मिल गई तां भी खाली भांडा मिल गया। अज नहीं कि गुरु जिहड़ा है एक सिर्फ खाली बट्ठल मिलने करके बस उत्थे गुरु की ताकत गई, बस मालक रब उत्थे रह गया कि सिर्फ खाली बट्ठल जी। इस तरह थोड़ा हो सकता है। बिल्ली रस्ता कट गई होर ते बाकी गल्लां दूर दी गल है, बस अज नहीं। वाह जी वाह, हुण बिल्ली आपदे काम भी ना जाए। तुहाडे काम नाल की लैना देना है कि बिल्ली उत्थे जाके जिथे तुसीं जाना वेख के आई पहलां वो तुहानूं अगाह कर रही कि ना जाओ, अज काम नहीं होना। कहण तो भाव है कि ये विचारां ने जिहड़ियां कि इन्हां दा फल माड़ा है, इन्हां दा चंगा है, ये इत्थों आईयां ने। एक नहीं होर कई ने। जिन्हां दी भी विचार तुसीं कर लो, जिहड़ी भी तुसीं सोचदे हो, समझ लिओ जे ते गुरु हाँ करदा है तां ठीक मान लिओ, जे गुरु कहंदा कि नहीं ये सब वहम भरम है तो फिर बस। ਆਪਾਂ ਸਮੇਂ ਦੇ ਵੀ ਪਿੱਛੇ ਵਿਚਾਰ ਪਾਈ ਸੀ ਨਾ, ਕੁਝ ਸਮੇਂ ਪਾਉਣ ਦੀ ਵਿਚਾਰ ਕਰਦੇ ਹੁੰਦੇ ਕਿ ਹੁਣ ਪਾਉਣ ਹੋ ਗਈ ਹੈ। ਨਹੀਂ, ਬਣਾਉਣ ਵਾਲਾ ਬੰਦਾ 24 ਘੰਟੇ ਗਿਣੇ ਵੀ ਬੰਦੇ ਨੇ ਕਿ ਇਹ 24 ਘੰਟੇ ਹੋਣਗੇ, 1 ਘੰਟੇ ਵਿੱਚ 60 ਮਿੰਟ ਹੋਣਗੇ, 1 ਮਿੰਟ ਦੇ ਵਿੱਚ 60 ਸੈਕਿੰਡ ਹੋਣਗੇ। ਉਹ ਸੈੱਟ ਕਰਨ ਵਾਲਾ ਬੰਦਾ ਹੈ ਤੇ ਅਸੀਂ ਸੋਚਦੇ ਹਾਂ ਕਿ ਪਾਉਣ ਹੋ ਗਈ ਜਾਂ ਇਹ ਸਵਾ ਦੇ ਵਿੱਚ ਆ ਗਿਆ ਜਾਂ ਟਾਈਮ ਪੂਰਾ ਹੋ ਲੈਂਦੇ ਫਿਰ ਕੰਮ ਸ਼ੁਰੂ ਕਰਾਂਗੇ। ਇਹ ਵਿਚਾਰਾਂ ਇੱਥੋਂ ਆਈਆਂ। ਗੁਰੂ ਨਹੀਂ ਇਹ ਗੱਲ ਕਹਿੰਦਾ ਕਦੇ। ਗੁਰੂ ਕਹਿੰਦਾ ਕਿ ਸਾਰਾ ਸਮਾਂ ਹੀ ਮਾਲਕ ਦਾ ਹੀ ਹੈ। ਜਿਹੜੀ ਘੜੀ ਫਿਰ ਹੁਣ ਇੰਜ ਕਹਿ ਲਈਏ ਕਿ ਕਈ ਵਾਰੀ ਜਵਾਕ ਜਿਹੜਾ ਜੇ ਪਾਉਣ 'ਚ ਜੰਮ ਜਾਏ ਤੇ ਫਿਰ ਤੁਸੀਂ ਨਾ ਲੈ ਕੇ ਆਓਗੇ। ਜੇ ਕੋਈ ਹੋਰ ਕੋਈ ਚੀਜ਼ ਮਿਲ ਜਾਏ ਤੁਹਾਨੂੰ ਪਾਉਣ ਦੇ ਵਿੱਚ ਤੇ ਤੁਸੀਂ ਛੱਡ ਆਓਗੇ ਕਿ ਨਹੀਂ ਅਸੀਂ ਨਹੀਂ ਲੈ ਕੇ ਜਾਣੀ ਪਾਉਣ 'ਚ। ਕਹਿਣ ਤੋਂ ਭਾਵੇਂ ਜਿੱਥੇ ਸਾਡਾ ਫਾਇਦਾ ਹੁੰਦਾ ਹੈ ਉੱਥੇ ਅਸੀਂ ਨਹੀਂ ਵੇਂਦੇ ਟਾਈਮ ਟੂਮ, ਉੱਥੇ ਕਹਿੰਦੇ ਆਉਣ ਦਿਓ ਸਭ ਕੁਝ। ਤੇ ਜਿੱਥੇ ਲੱਗਦਾ ਸਾਨੂੰ ਕਿ ਹਾਂ ਥੋੜਾ ਜਿਹਾ ਸਾਡਾ ਵਸ ਚੱਲਦਾ ਉੱਥੇ ਕਹਿੰਦੇ ਕਿ ਨਹੀਂ ਨਹੀਂ ਅਜੇ ਰੁਕ ਜਾਓ। ਇੱਥੋਂ ਤੱਕ ਕਿ ਭਾਈਆਂ ਗ੍ਰੰਥੀਆਂ ਨੂੰ ਕਹਿ ਦਿੱਤਾ ਨਹੀਂ ਭਾਈ ਸਾਹਿਬ ਅਰਦਾਸ ਹੈ ਜਿਹੜੀ ਪਾਉਣ 'ਚ ਨਾ ਕਰਿਓ, ਸਭਾ 'ਚ ਕਰਿਓ, ਵੱਜ ਲੈਣ ਦਿਓ, ਹੋ ਲੈਣ ਦਿਓ ਟਾਈਮ। ਕਿ ਗੁਰੂ ਅੱਗੇ ਵੀ ਲਿਆ ਕੇ ਆਖ ਦਿੰਦੇ ਕਿ ਨਹੀਂ ਜੀ ਇਸ ਤਰ੍ਹਾਂ ਨਹੀਂ ਕਰਨਾ। ਕੀ ਉੱਥੇ ਅਸੀਂ ਗੁਰੂ ਦੇ ਨਾਲ ਆਪਣੀ ਸਾਂਝ ਪਾਈ, ਕਿੰਨਾ ਕੁ ਅਸੀਂ ਉਸ ਮਾਲਕ ਦੇ। ਇਹ ਚੀਜ਼ਾਂ ਸਾਰੀਆਂ ਇੱਥੋਂ ਆਈਆਂ ਨੇ ਇਹਨਾਂ ਸ਼ਾਸਤਰਾਂ ਦੇ ਵਿੱਚੋਂ। ਗੁਰਬਾਣੀ ਗੁਰੂ ਕਦੇ ਵੀ ਐਸੇ ਸਮੇਂ ਦੀ ਜਾਂ ਐਸੇ ਕਰਮਾਂ ਦੀ ਵਿਚਾਰ ਨਹੀਂ ਦੱਸਦਾ। ਉਹ ਤੇ ਇਹੀ ਆਖਦਾ ਕਿ ਜਦੋਂ ਭੁੱਲੇਗਾ ਰੱਬ ਨੂੰ ਉਹ ਸਮਾਂ ਮਾੜਾ ਤੇਰੇ ਵਾਸਤੇ, ਬਾਕੀ ਸਮੇਂ ਸਭ ਉਹਦੇ ਹੀ ਹੈ, ਸਾਰਾ ਹੀ ਠੀਕ ਹੈ। ਭਾਵੇਂ ਅੱਖ ਝਮਕਣ ਜਿੰਨੇ ਕੱਲ ਆਪਾਂ ਵਿਚਾਰ ਕੀਤੀ ਹੈ ਨਾ, ਅੱਖ ਝਮਕਣ ਜਿੰਨੇ ਸਮੇਂ ਦੀ ਵਾਸਤੇ ਵੀ ਭੁੱਲ ਗਿਆ ਉਹ ਸਮਾਂ ਹੀ ਤੇਰੇ ਵਾਸਤੇ ਤ੍ਰਿਗ ਹੈ, ਮਾੜਾ ਹੈ, ਅਤ ਮਾੜਾ ਹੈ। ਪਰ ਜਦੋਂ ਯਾਦ ਆ ਉਹਦੀ ਹੈ ਫਿਰ ਭਾਵੇਂ ਇੱਕ ਛੱਡ ਕੇ ਕਈ ਪਾਉਣਾ ਹੋ ਜਾਣ, ਕਈ ਭਾਵੇਂ 100 ਬਿੱਲੀਆਂ ਰਾਹ ਕੱਟ ਜਾਣ, ਫਿਰ ਨਹੀਂ, ਫਿਰ ਉਹ ਮਾਲਕ ਦਾ ਹੀ ਹੈ। ਖੈਰ ਸਤਿਗੁਰੂ ਜੀ ਰਹਿਮਤ ਕਰਨ, ਅਸੀਂ ਇਹਨਾਂ ਚੀਜ਼ਾਂ ਤੋਂ ਉੱਪਰ ਉੱਠਣਾ ਹੈ। ਇਹ ਬਾਣੀ ਨਹੀਂ, ਬਾਣੀ ਇਹਨਾਂ ਚੀਜ਼ਾਂ ਨੂੰ ਮੂਰਖਤਾ ਦੱਸਦੀ। ਜਿਹੜੇ ਬੰਦੇ ਇਹ ਗੱਲਾਂ ਕਰਦੇ ਆ ਮੂਰਖ ਬੰਦੇ ਦੱਸਦੀ ਕਿ ਮੂਰਖ ਨੇ ਜਿਹੜੇ, ਇਹ ਪਾਗਲ ਬੰਦੇ ਨੇ ਜਿਹੜੇ ਇਹ ਗੱਲਾਂ ਕਰਦੇ, ਗਵਾਰ ਨੇ। ਚਰਨ ਕਮਲ ਗੁਰ ਧਨ ਦੀਆ, ਮਿਲਿਆ ਨਿਥਾਵੇਂ ਥਾਉ। ਪਾਤਸ਼ਾਹ ਜੀ ਆਖਦੇ ਨੇ ਮਿਲਿਆ ਨਿਥਾਵੇਂ ਥਾਉ, ਕਿ ਜਿਸ ਨਿਆਸਰੇ ਬੰਦੇ ਨੂੰ ਗੁਰੂ ਨੇ ਪ੍ਰਮਾਤਮਾ ਦੇ ਸੋਹਣੇ ਚਰਨ ਜਿਹੜੇ ਨੇ, ਸੋਹਣੇ ਚਰਨਾਂ ਦੇ ਨਾਲ ਪ੍ਰੀਤ ਬਣਾ ਦਿੱਤੀ ਹੈ ਨਾ, ਸੋਹਣੇ ਚਰਨਾਂ ਦੇ ਦਾ ਧਨ ਜਿਹੜਾ ਹੈ, ਪ੍ਰੀਤ ਦਾ ਪ੍ਰੇਮ ਦਾ ਧਨ ਦੇ ਦਿੱਤਾ ਹੈ, ਮਿਲਿਆ ਨਿਥਾਵੇਂ ਥਾਉ। ਫਿਰ ਉਸ ਨਿਆਸਰੇ ਬੰਦੇ ਨੂੰ ਉਸ ਮਾਲਕ ਦੇ ਦਰ ਘਰ ਵਿੱਚ ਆਦਰ ਮਿਲ ਜਾਂਦਾ, ਥਾਂ ਮਿਲ ਜਾਂਦਾ ਹੈ, ਉਹਨੂੰ ਉੱਥੇ ਸਤਿਕਾਰ ਜਿਹੜਾ ਉਹ ਮਿਲਦਾ ਹੈ। ਸਾਚੀ ਪੂੰਜੀ ਸੱਚ ਸੰਜਮੋ, 8 ਪਹਿਰ ਗੁਣ ਗਾਓ। ਕਿ ਪਾਤਸ਼ਾਹ ਜੀ ਕਿ ਹੇ ਮੇਰੇ ਮਨ 8 ਪਹਿਰ परमात्मा का जो 8 पहर गुर गाओ, 8 पहर उस मालक का नाम है जिहड़ा वो गाउंदा रहे, ध्याउंदा रहे, हिरदे विच चेते रख। साची पूंजी यही सदा कायम रहने वाला सरमाया है, यही तेरी पूंजी है। सच संजमो अते यही इंद्रियां नूं काबू करन दा अटल साधन है। क्योंकि संजम रखन दा अर्थ हुंदा है कि इंद्रियां नूं रोकना किसी कारण तो।
ਕਿਸੇ ਵੀ ਕੰਮ ਕਰਨ ਤੋਂ ਰੋਕਣਾ ਕਿ ਇਹ ਕੰਮ ਨਹੀਂ ਕਰਨਾ। ਇਸੇ ਤਰ੍ਹਾਂ ਸਤਿਗੁਰੂ ਜੀ ਆਖਣ ਕਿ ਸੱਚ ਸੰਜਮ ਹੀ ਮਾਲਕ ਦਾ ਨਾਮ ਹੀ ਹੈ, ਜਿਹੜਾ ਇੰਦਰੀਆਂ ਨੂੰ ਜਿਹੜਾ ਹੈ ਉਹ ਵਸ ਵਿੱਚ ਕਰਨ ਦਾ ਸਾਧਨ ਹੈ, ਕਿ ਗੁਰੂ ਦੇ ਹੁਕਮ ਵਿੱਚ ਇਹ ਇੰਦਰੀਆਂ ਨੂੰ ਲਾਏਗਾ, ਯਾਦ ਕਰਾਏਗਾ ਕਿ ਤੁਹਾਡਾ ਕੰਮ ਕੀ ਹੈ, ਤੇ ਆਪੇ ਇਹ ਰੁਕ ਜਾਣਗੀਆਂ। ਕਰ ਕਿਰਪਾ ਪ੍ਰਭ ਭੇਟਿਆ, ਮਰਨ ਨ ਆਵਨ ਜਾਓ। ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦਾ ਨਾਮ ਫਿਰ ਧਿਆਉਂਦਾ ਹੈ, ਉਸ ਨੂੰ ਪ੍ਰਭੂ ਮਿਹਰ ਕਰਕੇ ਮਿਲ ਪੈਂਦਾ ਹੈ, ਪ੍ਰਾਪਤੀ ਹੋ ਜਾਂਦੀ ਹੈ। ਉਸ ਨੂੰ ਆਤਮਿਕ ਮੌਤ ਜਿਹੜੀ ਹੈ ਉਹ ਨਹੀਂ ਆਉਂਦੀ, ਉਹਦੇ ਨੇੜੇ ਨਹੀਂ ਢੁੱਕਦੀ ਹੈ, ਤੇ ਉਸ ਦਾ ਜਨਮ ਮਰਨ ਹੈ ਜਿਹੜਾ ਉਹ ਮੁੱਕ ਜਾਂਦਾ ਹੈ। ਮਰਨ ਨਾ ਆਵਣ ਜਾਓ, ਉਹਦਾ ਜਨਮ ਮਰਨ ਹੈ ਇਹ ਖਤਮ ਹੋ ਜਾਂਦਾ ਹੈ। ਮੇਰੇ ਮਨ ਹਰ ਭਜ ਸਦਾ ਇੱਕ ਰੰਗ, ਕਿ ਹੇ ਮੇਰੇ ਮਨ ਪ੍ਰਮਾਤਮਾ ਦੇ ਪਿਆਰ ਵਿੱਚ ਜੁੜ ਕੇ ਸਦਾ ਪ੍ਰਮਾਤਮਾ ਦਾ ਭਜਨ ਕਰ, ਸਦਾ ਹੀ ਉਹਦੇ ਰੰਗ ਵਿੱਚ ਰੰਗਿਆ ਰਹਿ, ਪਿਆਰ ਵਿੱਚ ਜੁੜਿਆ ਰਹਿ। ਘਟ ਘਟ ਅੰਤਰ ਰਵ ਰਹਿਆ, ਸਦਾ ਸਹਾਈ ਸੰਗ ਰਹਾਉ। ਮਾਲਕ ਪਰਮੇਸ਼ਰ ਸਭ ਸਰੀਰਾਂ ਦੇ ਅੰਦਰ ਜਿਹੜਾ ਹੈ ਉਹ ਵਿਆਪਕ ਹੈ, ਰਵ ਰਹਿਆ, ਰਵਦਾ ਹੈ, ਰਵਿਆ ਹੋਇਆ ਹੈ। ਸਦਾ ਸਹਾਈ, ਉਹ ਸਦਾ ਹੀ ਸਹਾਇਤਾ ਕਰਨ ਵਾਲਾ ਹੈ, ਸਦਾ ਹੀ ਉਹ ਸਹਾਈ ਹੁੰਦਾ ਹੈ ਸੰਗ, ਅਤੇ ਸਦਾ ਹੀ ਉਹ ਅੰਗ ਸੰਗ ਰਹਿੰਦਾ ਹੈ। ਸੁਖਾਂ ਕੀ ਮਿਤ ਕਿਆ ਗਣੀ, ਜਾਂ ਸਿਮਰੀ ਗੋਵਿੰਦ। ਸਿਮਰੀ ਮੈਂ ਸਿਮਰਾਂ, ਸਿਮਰੀ ਨਹੀਂ, ਸਿਮਰੀ ਕਿਸੇ ਦਾ ਨਾਂ ਹੋ ਸਕਦਾ ਇਸਤਰੀ ਲਿੰਗ ਦੇ ਵਿੱਚ। ਸਿਮਰੀ, ਸਿਮਰੀ ਭਾਵ ਮੈਂ ਸਿਮਰਾਂ, ਮੈਂ ਧਿਆਵਾਂ। ਸੁੱਖਾਂ ਕੀ ਮਿਤ ਕਿਆ ਗਣੀ, ਕਿਆ ਗਣੀ ਤੋਂ ਭਾਵ ਗਿਣਤੀ, ਮਿਤ ਤੋਂ ਭਾਵ ਮਿਣਤੀ। ਕਿ ਪਾਤਸ਼ਾਹ ਜੀ ਆਖਣ ਲੱਗੇ ਜਦੋਂ ਮੈਂ ਧਰਤੀ ਦੇ ਪਾਲਕ ਪ੍ਰਭੂ ਨੂੰ ਸਿਮਰਦਾ ਹਾਂ, ਉਸ ਵੇਲੇ ਇਤਨੇ ਸੁੱਖ ਨੇ ਜਿਹੜੇ ਉਹ ਅਨੁਭਵ ਹੁੰਦੇ ਨੇ ਕਿ ਮੈਂ ਉਹਨਾਂ ਸੁੱਖਾਂ ਦਾ ਅੰਦਾਜ਼ਾ ਨਹੀਂ ਲਾ ਸਕਦਾ। ਨਾ ਤੇ ਮਿਣਤੀ ਕਰ ਸਕਦਾ ਹਾਂ ਅਤੇ ਨਾ ਹੀ ਗਿਣਤੀ ਕਰ ਸਕਦਾ ਹਾਂ। ਜਦੋਂ ਉਸ ਮਾਲਕ ਦੇ ਨਾਮ ਨਾਲ ਜੁੜ ਕਰਕੇ ਸੁੱਖਾਂ ਦਾ ਅਨੁਭਵ ਹੁੰਦਾ ਹੈ। ਜਿਨ ਚਾਖਿਆ ਸੇ ਤ੍ਰਿਪਤਸਿਆ, ਉਹ ਰਸ ਜਾਣੇ ਜਿੰਦ। ਪਾਤਸ਼ਾਹ ਜੀ ਆਖਣ ਲੱਗੇ ਫਿਰ ਜਿਨ੍ਹਾਂ ਬੰਦਿਆਂ ਨੇ ਨਾਮ ਰਸ ਚਖਿਆ ਹੈ, ਕਿ ਮਾਲਕ ਦੇ ਨਾਮ ਨਾਲ ਜਿਹੜੇ ਜੁੜ ਗਏ ਨੇ, ਫਿਰ ਉਹ ਭਾਵ ਉਹ ਸੇ ਤ੍ਰਿਪਤਾਸਿਆ, ਫਿਰ ਉਹ ਮਾਇਆ ਦੀ ਤ੍ਰਿਸ਼ਨਾ ਵੱਲੋਂ ਤ੍ਰਿਪਤ ਹੋ ਗਏ ਨੇ। ਤ੍ਰਿਪਤ ਹੋਣਾ ਭਾਵ ਰੱਜ ਜਾਣਾ, ਕਿ ਹੁਣ ਭੁੱਖ ਨਹੀਂ ਰਹੀ, ਕਿ ਫਿਰ ਉਹ ਮਾਇਆ ਦੀ ਤ੍ਰਿਸ਼ਨਾ ਵੱਲੋਂ ਰੱਜ ਜਾਂਦੇ ਆ। ਉਹ ਫਿਰ ਮਾਇਆ ਦੇ ਪਿੱਛੇ, ਵਿਕਾਰਾਂ ਦੇ ਪਿੱਛੇ ਨਹੀਂ ਜੋੜਦੇ, ਨਹੀਂ ਭੱਜਦੇ ਹਨ, ਦੌੜਦੇ ਹਨ। ਪਰ ਜਿਹੜੀ ਜਿੰਦ ਨਾਮ ਜਪਦੀ ਹੈ, ਉਹੀ ਜਿੰਦ ਉਸ ਨਾਮ ਰਸ ਨੂੰ ਸਮਝਦੀ ਹੈ। ਕਿ ਜਿਹੜਾ ਜੀਵ ਉਸ ਮਾਲਕ ਨੂੰ ਧਿਆਏਗਾ, ਉਹ ਫਿਰ ਉਹੀ ਉਸ ਮਾਲਕ ਦੀ ਰਮਜ਼ਾਂ ਨੂੰ ਸਮਝੇਗਾ। ਸੰਤਾਂ ਸੰਗਤ ਮਨ ਵਸੈ, ਪ੍ਰਭ ਪ੍ਰੀਤਮ ਬਖਸ਼ਿੰਦ। ਪ੍ਰੀਤਮ ਬਖਸ਼ਣਹਾਰ ਪ੍ਰਭੂ ਸਾਧ ਸੰਗਤ ਵਿੱਚ ਟਿਕਿਆ ਹੀ ਮਨ ਵਿੱਚ ਵਸਦਾ ਹੈ। ਮਨ ਦੇ ਵਿੱਚ ਜਿਹੜੀ ਹੈ ਉਹਦਾ ਮਿਲਾਪ ਹੈ, ਜਿਹੜਾ ਉਹ ਮਨ ਵਸੈ, ਮਨ ਦੇ ਵਿੱਚ ਵਸ ਪੈਂਦਾ ਹੈ, ਪ੍ਰਾਪਤੀ ਹੁੰਦੀ ਹੈ। ਜਿਨ ਸੇਵਿਆ ਪ੍ਰਭ ਆਪਣਾ, ਸੋਈ ਰਾਜ ਨਰਿੰਦ। ਜਿਸ ਮਨੁੱਖ ਨੇ ਪਿਆਰੇ ਪ੍ਰਭੂ ਦਾ ਫਿਰ ਸਿਮਰਨ ਕੀਤਾ ਹੈ, ਧਿਆਇਆ ਹੈ, ਉਹ ਫਿਰ ਰਾਜਿਆਂ ਦਾ ਵੀ ਰਾਜਾ ਬਣ ਗਿਆ ਹੈ। ਸੋਈ ਰਾਜ ਨਰਿੰਦ, ਨਰ ਇੰਦ। ਨਰ ਇੰਦ ਸ਼ਬਦ ਇਹ ਜਦੋਂ ਅਸੀਂ ਦਾ ਪਦ ਛੇਦ ਕਰਾਂਗੇ ਉਦੋਂ ਬਣੇਗਾ ਨਰਿੰਦਾ, ਨਰ ਪਲੱਸ ਇੰਦ, ਦੋ ਸ਼ਬਦਾਂ ਦਾ ਸੁਮੇਲ ਹੈ। ਨਰ ਇੰਦ, ਨਰ ਤੋਂ ਭਾਵ ਕਿ ਮਨੁੱਖ, ਇੰਦ ਤੋਂ ਭਾਵ ਰਾਜਾ। ਕਿ ਫਿਰ ਰਾਜ ਨੇ ਤੋਂ ਭਾਵ ਫਿਰ ਰਾਜਿਆਂ ਦਾ ਵੀ ਰਾਜਾ ਜਿਹੜਾ ਉਹ ਮਨੁੱਖ ਬਣ ਜਾਂਦਾ ਹੈ, ਜਿਹੜਾ ਮਾਲਕ ਨੂੰ ਧਿਆਉਂਦਾ ਹੈ।
ਅਵਸਰ ਹਰ ਜਸ ਗੁਣ ਰਮਣ, ਜਿਤ ਕੋਟ ਮਜਨ ਇਸ਼ਨਾਨ। ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ, ਅਵਸਰ ਤੋਂ ਭਾਵ ਸਮਾਂ, ਕਿ ਜਿਸ ਸਮੇਂ ਵਿੱਚ ਪ੍ਰਮਾਤਮਾ ਦੀ ਸਿਫਤ ਸਲਾਹ ਕੀਤੀ ਜਾਏ, ਪ੍ਰਮਾਤਮਾ ਦੇ ਗੁਣ ਯਾਦ ਕੀਤੇ ਜਾਣ, ਉਹ ਸਮਾਂ ਮਾਨੋ ਕਰੋੜਾਂ ਤੀਰਥਾਂ ਦੇ ਜਿਹੜਾ ਸਮਝ ਲੈਣਾ ਕਿ ਉਸ ਨਾਮ ਦੇ ਨਾਲ ਉਸ ਸਮੇਂ ਦੇ ਵਿੱਚ ਕਰੋੜਾਂ ਤੀਰਥਾਂ ਦੇ ਇਸ਼ਨਾਨ ਹੋ ਜਾਂਦੇ ਹਨ। ਜੇ ਕੋਈ ਪਾਤਸ਼ਾਹ ਜੀ ਆਖਣ ਲੱਗੇ ਹਨ ਕਿ ਉਸ ਮਾਲਕ ਦਾ ਨਾਮ ਧਿਆਏ ਤੇ ਉਹ ਕਰੋੜਾਂ 68 ਨਹੀਂ ਕਰੋੜਾਂ ਤੀਰਥਾਂ ਦੇ ਇਸ਼ਨਾਨ ਹੈ ਜਿਹੜੇ ਉਹ ਪ੍ਰਾਪਤ ਕਰ ਲੈਂਦਾ ਹੈ ਜੀ ਥੋੜੇ ਸਮੇਂ ਵਾਸਤੇ ਵੀ ਉਸ ਮਾਲਕ ਨੂੰ ਧਿਆਏ। ਰਸਨਾ ਉਚਰੈ ਗੁਣਵੰਤੀ, ਕੋਏ ਨ ਪੁੱਜੈ ਦਾਨ। ਗੁਣਵੰਤੀ ਭਾਵ ਭਾਗਾਂ ਵਾਲੀ ਜੀਵ, ਜਿਹੜੀ ਗੁਣਾਂ ਦੇ ਨਾਲ ਭਰੀ ਹੋਈ ਹੈ। ਸਤਿਗੁਰੂ ਜੀ ਆਖਣ ਲੱਗੇ ਕਿ ਰਸਨਾ ਉਚਰੈ ਗੁਣਵਤੀ, ਕੋਏ ਨਾ ਪੁੱਜੈ ਦਾਨ, ਕਿ ਜਿਹੜੀ ਜੇ ਕੋਈ ਭਾਗਾਂ ਵਾਲੀ ਜੀਵ ਪ੍ਰਮਾਤਮਾ ਦੇ ਗੁਣ ਉਚਾਰਦੀ ਹੈ ਤਾਂ ਹੋਰ ਕੋਈ ਦਾਨ ਇਸ ਕੰਮ ਦੀ ਬਰਾਬਰੀ ਨਹੀਂ ਕਰ ਸਕਦਾ। ਕੋਏ ਨਾ ਪੁੱਜੇ ਦਾਨ, ਕਿ ਜਿਹੜੀ ਰਸਨਾ ਉਸ ਮਾਲਕ ਦੇ ਗੁਣਾਂ ਨੂੰ ਉਚਾਰਦੀ ਹੈ, ਭਾਵ ਜਿਹੜਾ ਮਨੁੱਖ ਬਾਣੀ ਪੜ੍ਹਦਾ ਹੈ, ਬਾਣੀ ਵਿਚਾਰਦਾ ਹੈ, ਫਿਰ ਉਹ ਮਨੁੱਖ ਹੈ ਜਿਹੜਾ ਉਸ ਦੇ ਬਰਾਬਰ ਕੋਈ ਹੋਰ ਦਾਨ ਹੈ ਹੀ ਨਹੀਂ, ਕੋਈ ਦਾਨ ਉਹਦੀ ਬਰਾਬਰੀ ਨਹੀਂ ਕਰ ਸਕਦਾ। ਕਿ ਜਿਹੜੀ ਜੀਵ ਨਿਤਨੇਮ ਕਰਦੀ ਹੈ, ਬਾਣੀ ਪੜ੍ਹਦੀ ਹੈ, ਵਿਚਾਰਦੀ ਹੈ, ਉਹਦੇ ਬਰਾਬਰ ਹੋਰ ਕੋਈ ਦਾਨ ਹੈ ਜਿਹੜਾ ਉਹ ਨਹੀਂ ਹੈ। ਦ੍ਰਿਸ਼ਟ ਧਾਰ ਮਨ ਤਨ ਵਸੈ, ਦਇਆਲ ਪੁਰਖ ਮਿਹਰਵਾਨ। ਫਿਰ ਜਿਹੜਾ ਮਨੁੱਖ ਸਤਿਗੁਰੂ ਜੀ ਆਖਣ ਲੱਗੇ ਕਿ ਉਸ ਮਾਲਕ ਨੂੰ ਧਿਆਉਂਦਾ ਹੈ, ਉਸ ਦੇ ਮਨ ਵਿੱਚ, ਸਰੀਰ ਵਿੱਚ ਮਿਹਰਵਾਨ ਦਿਆਲ ਅਕਾਲ ਪੁਰਖ ਜਿਹੜਾ ਹੈ ਮਿਹਰ ਦੀ ਨਿਗਾਹ ਕਰਕੇ ਵਸ ਜਾਂਦਾ ਹੈ, ਪ੍ਰਗਟ ਹੋ ਜਾਂਦਾ ਹੈ। ਦ੍ਰਿਸ਼ਟ ਧਾਰ ਤੋਂ ਭਾਵ ਹੈ ਬਖਸ਼ਿਸ਼ ਕਰਕੇ, ਮਿਹਰ ਕਰਕੇ, ਮਿਹਰ ਦੀ ਨਿਗਾਹ ਕਰਕੇ ਫਿਰ ਉਹ ਮਨ ਅਤੇ ਤਨ ਦੇ ਵਿੱਚ ਵਸ ਜਾਂਦਾ ਹੈ। ਜਿਉ ਪਿੰਡ ਧਨ ਤਿਸ ਦਾ, ਹਉ ਸਦਾ ਸਦਾ ਕੁਰਬਾਨ। ਜਿਉ ਤੋਂ ਭਾਵ ਇਹ ਜਿੰਦ, ਪਿੰਡ ਤੋਂ ਭਾਵ ਸਰੀਰ, ਧਨ ਤੋਂ ਭਾਵ ਧਨ ਪਦਾਰਥ, ਤਿਸ ਦਾ ਸਭ ਕੁਝ ਉਸ ਦਾ ਹੀ ਦਿੱਤਾ ਹੋਇਆ ਹੈ। ਹਉ ਸਦਾ ਸਦਾ ਕੁਰਬਾਨ, ਮੈਂ ਉਸ ਮਾਲਕ ਪ੍ਰਭੂ ਤੋਂ ਸਦਾ ਹੀ ਕੁਰਬਾਨ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ। ਮਿਲਿਆ ਕਦੇ ਨਾ ਵਿਛੜੈ, ਜੋ ਮਿਲਿਆ ਕਰਤਾਰ। ਜਿਸ ਮਨੁੱਖ ਨੂੰ ਉਸ ਮਾਲਕ ਕਰਤਾਰ ਨੇ ਆਪਣੇ ਚਰਨਾਂ ਵਿੱਚ ਜੋੜ ਲਿਆ ਹੈ, ਫਿਰ ਪ੍ਰਭੂ ਚਰਨਾਂ ਵਿੱਚ ਜੁੜਿਆ ਉਹ ਮਨੁੱਖ ਕਦੇ ਮਾਇਆ ਦੇ ਬੰਧਨਾਂ 'ਚ ਫਸਦਾ ਨਹੀਂ ਹੈ। ਭਾਵ ਕਿ ਉਹ ਮਾਲਕ ਦੇ ਚਰਨਾਂ ਦੇ ਨਾਲ ਫਿਰ ਪੂਰੀ ਤਰ੍ਹਾਂ ਫਿਰ ਜੁੜ ਜਾਂਦਾ ਹੈ, ਕਦੇ ਮਾਲਕ ਦੇ ਚਰਨਾਂ ਤੋਂ ਵਿਛੜਦਾ ਨਹੀਂ ਹੈ। ਮਾਇਆ ਉਹ ਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ। ਦਾਸਾਂ ਕੇ ਬੰਧਨ ਕੱਟਿਆ, ਸਾਚੈ ਸਿਰਜਣਹਾਰ। ਕਿ ਸਾਚਾ ਸਿਰਜਣਹਾਰ ਭਾਵ ਉਸ ਸਦਾ ਥਿਰ ਮਾਲਕ ਪ੍ਰਭੂ ਜਿਹੜਾ ਸਾਰੀ ਸ੍ਰਿਸ਼ਟੀ ਕੁਦਰਤ ਦਾ ਸਿਰਜਣਹਾਰ ਹੈ, ਉਸ ਨੇ ਆਪਣੇ ਦਾਸਾਂ ਦੇ ਮਾਇਆ ਦੇ ਬੰਧਨ ਨੇ ਜਿਹੜੇ ਉਹ ਸਦਾ ਲਈ ਕੱਟ ਦਿੱਤੇ ਨੇ। ਭਾਵ ਕਿ ਉਸ ਮਾਇਆ ਦੇ ਬੰਧਨ, ਵਿਕਾਰਾਂ ਦੇ ਬੰਧਨ ਜਿਹੜੇ ਪੈਂਦੇ ਨੇ ਮਨੁੱਖ ਨੂੰ, ਉਹ ਫਿਰ ਉਹਨਾਂ ਬੰਧਨਾਂ ਨੂੰ ਸਦਾ ਦੇ ਲਈ ਮਾਲਕ ਹੈ ਜਿਹੜਾ ਉਹ ਕੱਟ ਦਿੰਦਾ ਹੈ। ਪਰ ਇੱਥੇ ਸ਼ਬਦ ਦਾਸਾਂ ਵਰਤਿਆ ਹੈ ਕਿ ਜਿਹੜੇ ਉਹਦੇ ਸੇਵਕ ਹੁੰਦੇ ਨੇ, ਉਹਦੇ ਭਗਤ ਬਣ ਜਾਂਦੇ ਨੇ, ਜਿਹੜੇ ਉਹਦੇ ਸਿੱਖ ਬਣ ਜਾਂਦੇ ਹਨ। ਭੂਲਾ ਮਾਰਗ ਪਾਇਓਣ, ਗੁਣ ਅਵਗੁਣ ਨਾ ਵਿਚਾਰ। ਪਾਤਸ਼ਾਹ ਜੀ ਆਖਣ ਲੱਗੇ, ਜੇ ਉਸ ਦਾ ਦਾਸ ਪਹਿਲਾਂ ਕੁਰਾਹੇ ਵੀ ਪੈ ਗਿਆ ਸੀ, ਭਾਵ ਕਿ ਜਿਹੜਾ ਮਨੁੱਖ
ਕੁਰਾਹੇ ਪਿਆ ਹੁੰਦਾ ਹੈ ਪਹਿਲਾਂ ਕਿ ਹੈ ਤਾਂ ਸਾਰੇ ਉਹਦੇ ਸੇਵਕ, ਹੈ ਤਾਂ ਸਾਰੇ ਉਹਦੇ ਬਣਾਏ, ਜੀਵ ਸਾਰੇ ਉਹਦੇ ਹੀ ਨੇ, ਕਿ ਜੇ ਕੋਈ ਪਹਿਲਾਂ ਕੁਰਾਹੇ ਵੀ ਪੈ ਗਿਆ ਹੋਵੇ, ਭਾਵ ਔਗਣਾ ਦੇ ਵਿੱਚ ਫਸਿਆ ਹੋਵੇ, ਤੇ ਫਿਰ ਉਹ ਜਿਹੜਾ ਹੈ ਉਸ ਮਾਲਕ ਦੀ ਸ਼ਰਨ ਆਇਆ ਹੈ, ਤਾਂ ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ ਉਸ ਪ੍ਰਭੂ ਨੇ ਉਸ ਦੇ ਪਹਿਲੇ ਗੁਣ ਔਗਣ ਨਾ ਵਿਚਾਰ ਕੇ ਉਸ ਨੂੰ ਸਹੀ ਰਸਤੇ ਉੱਤੇ ਪਾ ਦਿੱਤਾ ਹੈ। ਕਿ ਉਹ ਮਾਲਕ ਐਸਾ ਹੈ, ਉਹ ਫਿਰ ਪਹਿਲੇ ਕੀਤੇ ਜਿਹੜੇ ਗੁਣ ਤੇ ਔਗਣ ਨੇ, ਪਹਿਲੇ ਕੀਤੇ ਕਰਮ ਨੇ, ਫਿਰ ਉਹਨਾਂ ਨੂੰ ਉਹ ਬਖਸ਼ ਲੈਂਦਾ ਹੈ ਜਿਹੜਾ ਉਸ ਮਾਲਕ ਦੇ ਚਰਨਾਂ ਦੇ ਵਿੱਚ ਆ ਜਾਂਦਾ ਹੈ। ਨਾਨਕ ਤਿਸ ਸ਼ਰਨਾਗਤੀ ਜੇ ਸਰਗ ਸਗਲ ਕਟਾਂ ਆਧਾਰ। ਕਿ ਹੇ ਨਾਨਕ ਉਸ ਪ੍ਰਭੂ ਦੀ ਸ਼ਰਨ ਦੇ ਵਿੱਚ ਪੈਣਾ ਕਰ, ਜੋ ਸਾਰੇ ਸਰੀਰਾਂ ਦਾ, ਜੀਵਾਂ ਦਾ ਜਿਹੜਾ ਹੈ ਆਸਰਾ ਹੈ ਜੀ। ਸਗਲ ਘਟਾਂ ਆਧਾਰ, ਕਿ ਜੋ ਸਾਰੇ ਸਰੀਰਾਂ ਦਾ ਆਸਰਾ ਹੈ, ਸਾਰੇ ਜੀਵਾਂ ਦਾ ਜਿਹੜਾ ਹੈ ਉਹ ਆਸਰਾ ਹੈ। ਸਤਿਗੁਰੂ ਜੀ ਰਹਿਮਤ ਕਰਨ ਕਿ ਅਸੀਂ ਵੀ ਸਾਰੇ ਵਹਿਮ ਭਰਮ ਭੁਲੇਖੇ ਤੇ ਇਹ ਚੰਗੇ ਮੰਦੇ ਜਿਹੜੇ ਕਰਮਾਂ ਦੀ ਵਿਚਾਰ ਹੈ ਉਹ ਛੱਡ ਕੇ ਗੁਰੂ ਦੀ ਬਾਣੀ ਦੇ ਅਨੁਸਾਰ ਕਰਮ ਕਰਨੇ ਕਰੀਏ, ਗੁਰੂ ਦੀ ਬਾਣੀ ਅਨੁਸਾਰ ਆਪਣਾ ਜੀਵਨ ਜਿਉਣਾ ਕਰੀਏ। ਸੋ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।